सतगुर की जिसनु मत आवे सो सतगुर माहे समाना। एह बाणी जो जियों जाने तिस अंतर रवे हर नामा। बाणी गुरु गुरु है बाणी विच बाणी अमृत सारे। गुर बाणी कहे सेवक जन मानै। परतख गुरु निस्तारै। बाणी बिरलो विचारसी जे को गुरमुख होए। एह बाणी महापुरख की निज घर वासा होए। मारू महला पहला साची कार कमावणी। होर लालच बाद एह मन साचै मोहिया। जिहवा सच साध बिन नावै को रस नहीं। होर चलै बिखलाद ऐसा लाला मेरे लाल को। सुन खसम हमारे ज्यों फुरमावै त्यों चला। सच लाल प्यारे रहाओ। अन दिन लाले चाकरी गोले सिर मीरा। गुर बचनी मन वेचिया शब्द मन तीरा। गुर पुरे साबाश है काटे मन पीरा। लाला गोला तनी को क्या कहूँ वडियाई है। पाण बख्शे पूरा तनी सच कार कमाई है। विछोड़िया का मेल लए गुर का बल जाइए। लाले गोले मत खरी
गुर की मत नीकी, सची सुरत सुहावनी, मन मुख मत फीकी, मन तन तेरा तू प्रभु, सच तीरक तुर की, साच बैसन उठाना, सच भोजन भाखिया, चित सचै वितो सचा, साचा रस चाखिया, साचै घर साचै रखे, गुर बचन सुभाखिया, मन मुख को आलस कानो, फाथे उजाड़ी, फाथा चुगै नित चोगड़ी, लग बंद विगाड़ी, गुर प्रसादी मुक्त होए, साचे निज ताड़ी, अनहद लाला भेदिया, प्रभ हेत प्यारी, बिन साचे जियो जल बलो, झूठे विकारी, बाद कारा सब छोड़ियां, साची तर तारी, जिनी नाम विसारिया, तिना ठौर न ठाओ, लाल लालच त्यागिया, पाया हर नाम, तू बख्शे तामेल लहैम, नानक बल जाओ, जिनी नाम विसारिया, तिना ठौर न ठाओ, लाल लालच त्यागिया, पाया हर नाम, तू बख्शे तामेल लहैम, नानक बल जाओ। वाहिगुरु जी का खालसा, वाहिगुरु जी की फतेह। इस पावन शब्द दे चार बंदां दी विचार कल हुई सी। चार बंद जो बाकी ने उन्हां दी विचार भाई दिलबाग सिंह जी हैड ग्रंथी गुरुद्वारा रकाबगंज साहब आप जी नूं सरवण करवाउणगे। शेरे पंजाब महाराजा रणजीत सिंह जी की बरसी मनाउण वास्ते जो जथा पाकिस्तान जाना है, जून महीने दे विच जथा जावेगा। 10 मई तो पहला पहला अपना पासपोर्ट, 4 फोटो, पहचान पत्र दीयां कापियां, 200 रुपया वीजा फीस गुरुद्वारा रकाबगंज साहब जमा करवा दियो। ये जरूरी है कि एड्रैस केवल दिल्ली का होना चाहिए। बाहर का कोई भी सज्जन, कोई भैन, कोई वीर बेनती पत्र ना देवे, क्योंकि दिल्ली कमेटी का अधिकार खेतर केवल दिल्ली तक सीमित है। जो ट्रेन का टिकट का खर्चा है वो दिल्ली कमेटी वालों किया जाएगा। वाहिगुरु जी का खालसा, वाहिगुरु जी की फतेह।
ਵਾਹਿਗੁਰੂ ਸਾਹਿਬ ਜੀ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਧਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸ਼ਰਣਾ, ਜਿਨ ਤੂੰ ਨਾਹੀ ਵਿਸਰਿਆ। ਨਿਮਾਣਿਆਂ ਨੂੰ ਮਾਣ, ਬੇਸਮਝਾਂ ਨੂੰ ਸਮਝ, ਅਗਿਆਨੀਆਂ ਨੂੰ ਗਿਆਨ ਦੇਣ ਵਾਲੇ, ਅਸ਼ਟਮ ਬਲਬੀਰਾ ਬਾਲਾ ਪ੍ਰੀਤਮ। ਨਾ ਹਉ ਜਤੀ, ਨਾ ਉੱਚਾ ਆਚਰਣ, ਨਾ ਅਖਰੀ ਗਿਆਨ, ਨਾ ਸੂਝ ਬੂਝ, ਦੀਨ ਦੁਨੀਆ ਦੇ ਮਾਲਕ। ਮੂਰਖਾਂ ਵਾਲਾ ਜਨਮ। ਸਤਿਗੁਰੂ ਜੀ ਆਪ ਅਗਿਆਨਤਾ ਦਾ ਹਨੇਰਾ ਦੂਰ ਕਰ, ਜੋ ਪਾਵਨ ਮੂਲ ਪਾਠ ਸਿੰਘ ਸਾਹਿਬ ਪਾਸੋਂ ਸਰਵਣ ਕੀਤਾ ਹੈ, ਇਸ ਦੀ ਵਿਚਾਰ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਆਪ ਕਿਰਪਾ ਕਰਵਾ ਲੈਣਾ। ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹਜ਼ੂਰੀ ਵਿੱਚ ਬਹੁਤਾਤ ਗਿਣਤੀ ਵਿੱਚ ਅਸੀਂ ਤਨ ਕਰਕੇ ਆਏ ਹਾਂ। ਗੁਰੂ ਅੱਗੇ ਅਰਦਾਸ ਕਰੀਏ, ਪਾਤਸ਼ਾਹ ਤਰਸ ਕਰਿਆ ਜੇ, ਕਿਤੇ ਮਨ ਕਰਕੇ ਵੀ ਆਈਏ। ਲਵਾਈਏ ਹਾਜ਼ਰੀਆਂ, ਕਰੀਏ ਰਸਨਾ ਨੂੰ ਪਵਿੱਤਰ, ਕੋਈ ਵੀ ਰਸਨਾ ਵਾਂਝੀ ਨਾ ਰਹਿ ਜਾਵੇ। ਸਤਨਾਮ ਸ਼੍ਰੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇਹ ਜੋ ਪਾਵਨ ਸ਼ਬਦ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮੁਖ ਤੋਂ ਉਚਾਰਨ ਹੋਇਆ, ਰਾਗ ਮਾਰੂ ਵਿੱਚ ਚਾਰ ਬੰਦਾਂ ਦੀ ਸ਼ਬਦ ਦੀ ਜੋ ਵਿਚਾਰ ਆਪ ਨੇ ਸਰਵਣ ਕੀਤੀ ਹੈ। ਪੰਜਵੇਂ ਬੰਦ ਵਿੱਚ ਮੇਰੇ ਦੀਨ ਦੁਨੀਆ ਦੇ ਮਾਲਕ ਕੀ ਕਹਿ ਰਹੇ ਨੇ? ਸਾਚੈ ਬੈਸਣ ਉਠਣਾ, ਸੱਚ ਭੋਜਨ ਭਾਖਿਆ। ਸਾਚੈ ਤੋਂ ਭਾਵ ਹੈ ਸਥਿਰ ਰਹਿਣ ਵਾਲਾ ਪ੍ਰਮਾਤਮਾ, ਉਹ ਵਾਹਿਗੁਰੂ। ਵਿੱਚੇ ਧਰਤੀ, ਵਿੱਚੇ ਪਾਣੀ, ਵਿੱਚ ਕਾਸ਼ ਅਗਨ ਧਰੀਜੈ। ਜਿਵੇਂ ਧਰਤੀ ਦੇ ਵਿੱਚ ਪਾਣੀ ਹੈ, ਪਾਣੀ ਵਿੱਚ ਧਰਤੀ ਹੈ, ਲੱਕੜ ਵਿੱਚ ਅੱਗ, ਦੁੱਧ ਵਿੱਚ ਘਿਓ, ਉਹ ਸਾਰਿਆਂ ਥਾਵਾਂ ਤੇ ਜਿਹੜਾ ਰਮਿਆ ਹੋਇਆ, ਜੋ ਸਥਿਰ ਰਹਿਣ ਵਾਲਾ ਹੈ, ਜਿਸ ਨੂੰ ਆਪਾਂ ਰੋਜ਼ ਕਹਿੰਦੇ ਆ ਆਦ ਸੱਚ, ਜੁਗਾਦ ਸੱਚ। ਆਦਤ ਭਾਵ ਮੁੱਢ ਤੋਂ, ਜੁਗਾਦ ਜਦੋਂ ਯੁੱਗ ਵੀ ਨਹੀਂ ਸੀ ਬਣੇ। ਸੱਚ ਹੈ ਵੀ, ਹੁਣ ਵੀ ਹੈ, ਭਵਿੱਖ ਆਉਣ ਵਾਲੇ ਸਮੇਂ ਵਿੱਚ ਵੀ ਹੋਵੇਗਾ। ਇੱਥੇ ਉਸ ਸ਼ਬਦ ਗੁਰੂ ਸਾਹਿਬ ਜੀ ਉਸ ਮਾਲਕ ਦੀ ਗੱਲ ਕਰ ਰਹੇ ਨੇ, ਜੋ ਹੁਣ ਵੀ ਹੈ, ਆਉਣ ਵਾਲੇ ਸਮੇਂ ਵਿੱਚ ਹੋਵੇਗਾ, ਜੋ ਸਥਿਰ ਹੈ। ਜਿਵੇਂ ਦੁੱਧ ਦੇ ਵਿੱਚ ਘਿਓ, ਲੱਕੜ ਵਿੱਚ ਅੱਗ, ਫੁੱਲਾਂ ਵਿੱਚ ਸੁਗੰਧੀ ਖੁਸ਼ਬੂ ਹੈ, ਪਰ ਸਾਕਤ ਕਹਿੰਦਾ ਹੈ ਰੱਬ ਕਿੱਥੇ ਹੈ? ਜਿਹੜੇ ਰੱਬ ਨਾਲ ਟੁੱਟੇ ਹੋਏ ਨੇ ਉਹ ਕਹਿੰਦੇ ਨੇ ਰੱਬ ਕਿੱਥੇ ਹੈ? ਮੇਰੇ ਸਤਿਗੁਰੂ ਜੀ ਕਹਿੰਦੇ ਨੇ ਜਿਵੇਂ ਧਰਤੀ ਦੇ ਵਿੱਚ ਪਾਣੀ ਹੈ, ਪਾਣੀ ਵਿੱਚ ਧਰਤੀ ਹੈ, ਲੱਕੜ ਵਿੱਚ ਅੱਗ ਹੈ, ਲੱਕੜ ਵਿੱਚ ਅੱਗ ਵੇਖਣੀ ਹੋਵੇ ਮਸ਼ੱਕਤ ਕਰਨੀ ਪੈਂਦੀ ਹੈ। ਦੁੱਧ ਵਿੱਚੋਂ ਘਿਓ ਕੱਢਣਾ ਹੈ ਤੇ ਕਿੰਨਾ ਕੁਝ ਕਰਨਾ ਪੈਂਦਾ ਹੈ। ਜੇ ਖੁਸ਼ਬੂ ਲੈਣੀ ਹੋਵੇ ਤੇ ਫੁੱਲਾਂ ਦੀ, ਤੇ ਫਿਰ ਨਾਸਕਾਂ ਨੂੰ ਸਾਫ਼ ਕਰਨਾ ਪੈਂਦਾ ਹੈ। ਤੇ ਜੇ ਨਾਸਕਾਂ ਦੇ ਵਿੱਚ ਮੈਲ ਭਰੀ ਹੋਵੇ, ਗੰਦਗੀ ਭਰੀ ਹੋਵੇ, ਤੇ ਫੁੱਲਾਂ ਵਿੱਚ ਖੁਸ਼ਬੂ ਤੇ ਹੈ, ਮੇਰੇ ਸਤਿਗੁਰੂ ਜੀ ਕਹਿੰਦੇ ਨੇ, ਪਰ ਤੈਨੂੰ ਆ ਨਹੀਂ ਰਹੀ।
ਉਹ ਪਰਮਾਤਮਾ ਤੇ ਸਾਰੀਆਂ ਥਾਵਾਂ ਤੇ ਰਮਿਆ ਹੋਇਆ ਹੈ। ਮੇਰੇ ਸਤਿਗੁਰੂ ਜੀ ਕਹਿੰਦੇ ਨੇ ਤੇਰੇ ਅੰਦਰ ਵਿਕਾਰਾਂ ਦੀ ਗੰਦਗੀ ਭਰੀ ਹੋਈ ਹੈ, ਤੈਨੂੰ ਪਰਮਾਤਮਾ ਦਿਸ ਨਹੀਂ ਰਿਹਾ, ਮਹਿਸੂਸ ਨਹੀਂ ਕਰ ਪਾ ਰਿਹਾ। ਉਹ ਕਿਵੇਂ ਕਰਿਆ ਜਾਏਗਾ? ਅੱਜ ਦੇ ਸ਼ਬਦ ਵਿੱਚ ਮੇਰੇ ਸਾਹਿਬ ਜੀ ਕਹਿੰਦੇ ਨੇ ਸੇਵਾ ਤੇ ਸਿਮਰਨ। ਸੇਵਾ ਨਿਰੀ ਗੱਲ ਸੇਵਾ ਦੇ ਨਾਲ ਨਹੀਂ, ਸੇਵਾ ਅਸੀਂ ਕਰਨੀ ਹੈ ਕਿਹਦੇ ਨਾਲ? ਸਰੀਰ ਨਾਲ, ਤਨ ਨਾਲ। ਸਿਮਰਨ ਕੀਤਾ ਜਾਂਦਾ ਹੈ ਮਨ ਦੇ ਨਾਲ। ਆਪਾਂ ਅਜੇ ਪਰਸੋਂ ਹੀ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾ ਕੇ ਹਟੇ ਆ। ਉਹਨਾਂ ਨੇ ਤਨ ਦੇ ਨਾਲ ਸੇਵਾ ਕੀਤੀ ਸੀ, ਮਨ ਦੇ ਨਾਲ ਸਿਮਰਨ ਕੀਤਾ। ਜਦੋਂ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸੰਗਤ ਵਿੱਚ ਕੀਤੀ ਤੇ ਉਹਨਾਂ ਦੇ ਸੁਪੁੱਤਰ ਦਾਸੂ ਜੀ 10 ਕੁ ਵਰ੍ਹਿਆਂ ਦੇ ਇਤਿਹਾਸਕਾਰ ਕਹਿੰਦੇ ਨੇ ਹੋ ਗਏ, ਘਰ ਦਾ ਕੰਮਕਾਰ ਸੰਭਾਲਣ ਲੱਗੇ। ਬਾਬਾ ਲਹਿਣਾ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸੰਗਤ ਕਰਨ ਲੱਗੇ ਸਨ ਤੇ ਤਨ ਕਰਕੇ ਘਰ ਕਈ ਵਾਰੀ ਆ ਜਾਂਦੇ ਤੇ ਮਨ ਕਰਕੇ ਗੁਰੂ ਦੀ ਸ਼ਰਨ ਵਿੱਚ ਰਿਹਾ ਕਰਦੇ ਸਨ। ਸੇਵਾ ਤੇ ਸਿਮਰਨ ਦੀ ਗੱਲ ਹੈ ਇਸ ਸ਼ਬਦ ਦੇ ਵਿੱਚ। ਸੇਵਕ ਕੀ ਹੈ? ਸੇਵਕ ਕੋ ਸੇਵਾ ਬਣਾਈ, ਹੁਕਮ ਬੋਝ ਪਰਮ ਪਦ ਪਾਈ। ਜਦੋਂ ਹੁਕਮ ਬੁੱਝਿਆ, ਗੁਰਾ ਰੋਜ਼ ਹੀ ਪੜ੍ਹਦੀਆਂ, ਗੁਰਾ ਇੱਕ ਦੇ ਬੁਝਾਈ। ਗੱਲ ਕੀ ਹੈ? ਇੰਨਾ ਕਿ ਮੈਨੂੰ ਸਮਝ ਆ ਜਾਵੇ ਕਿ ਸਭਨਾ ਜੀਆਂ ਦਾ ਇੱਕ ਦਾਤਾ, ਉਹ ਮਾਲਕ ਸਾਰਿਆਂ ਦਾ ਇੱਕੋ ਹੀ ਹੈ। ਉਹ ਵਾਹਿਗੁਰੂ ਸਾਰਿਆਂ ਵਿੱਚ ਜਿਹੜਾ ਰਮਿਆ ਹੋਇਆ ਏ, ਜਿਸ ਨੂੰ ਅਸੀਂ ਕਹਿੰਦੇ ਆ ਅਵਲ ਅੱਲਾਹ ਨੂਰ ਉਹ ਪਾਇਆ ਕੁਦਰਤ ਕੇ ਸਭ ਬੰਦੇ, ਕਿਆ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਤਾਂ ਹੀ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਤੇਰੇ ਭਾਣੇ ਤੋਂ ਭਾਵ ਹੈ ਤੇਰੇ ਹੁਕਮ ਦੇ ਵਿੱਚ, ਤੇਰੀ ਰਜ਼ਾ ਦੇ ਵਿੱਚ ਸਾਰੀ ਕਾਇਨਾਤ ਦਾ ਭਲਾ ਹੋਵੇ। ਸਭ ਦੇ ਭਲੇ ਦੀ ਗੱਲ ਕੀਤੀ ਤੇ ਸਾਰਿਆਂ ਦੇ ਭਲੇ ਦੀ ਗੱਲ ਕਰਨ ਲਈ ਜਦੋਂ ਬਾਬਾ ਲਹਿਣਾ ਜੀ ਦੇ ਸਿਰ ਤੇ ਪੰਡ ਚਕਾਈ, ਇਹ ਗੱਲ ਭਲੇ ਦੀ ਸੀ। ਭਲੇ ਦੀ ਇਸ ਕਰਕੇ ਕਿ ਜਿਹੜੇ ਲੋਕ ਘਿਰਣਾ ਕਰਦੇ ਸਨ, ਵਰਨ ਵੰਡ ਵਿੱਚ ਪਏ ਹੋਏ ਸਨ, ਬਈ ਸ਼ੂਦਰ ਨੂੰ ਕੋਈ ਕਿਸੇ ਪ੍ਰਕਾਰ ਦਾ ਅਧਿਕਾਰ ਨਹੀਂ। ਬ੍ਰਾਹਮਣ ਤੇਰੇ ਸੂਤਰ ਦਾ ਜਨੇਊ ਪਾ ਸਕਦਾ, ਖੱਤਰੀ ਦੋਹਰੇ ਦਾ ਤੇ ਵੈਸ਼ ਕਹਿਰੇ ਦਾ, ਤੇ ਸ਼ੂਦਰ ਨੂੰ ਤੇ ਜਨੇਊ ਪਾਉਣ ਦਾ ਹੱਕ ਹੀ ਨਹੀਂ ਸੀ। ਮੇਰੇ ਗੁਰੂ ਸਾਹਿਬ ਜੀ ਨੇ ਕਿਹਾ ਸਾਰਿਆਂ ਨੂੰ ਗਲ ਲਾਉਣਾ ਹੈ, ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਾਰਿਆਂ ਨੂੰ ਗਲ ਲਾਉਣ ਦੇ ਲਈ ਬਾਬਾ ਲਹਿਣਾ ਜੀ ਨੂੰ ਇਸ ਕਰਕੇ ਪੰਡ ਚਕਾਈ, ਬਈ ਕੰਮ ਕਰਕੇ ਵੇਖੋ। ਇਹ ਸਾਰਾ ਡੰਗਰਾਂ ਨੂੰ, ਪਸ਼ੂਆਂ ਨੂੰ ਪੱਠੇ ਪਾਉਣ ਦਾ ਕਾਮਿਆਂ ਦਾ ਕੰਮ ਸੀ, ਸ਼ੂਦਰਾਂ ਦਾ ਕੰਮ ਸੀ, ਹੋਰ ਕਿਸੇ ਦਾ ਨਹੀਂ। ਜੁੱਤੀਆਂ ਗੰਢਣੀਆਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਿੱਖ ਦੇ ਵਿੱਚ ਸਾਰੇ ਗੁਣ ਭਰ ਦਿੱਤੇ। ਪੰਡ ਕਾਹਦੇ ਲਈ ਚਕਾਈ ਸੀ ਕਿ ਵੇਖੋ ਇਹਨਾਂ ਦੀ ਪੀੜਾ ਨੂੰ ਵੇਖੋ ਕਿਵੇਂ ਸਮਝਿਆ ਜਾ ਸਕਦਾ ਹੈ। ਜਿਹੜੇ ਸ਼ੂਦਰ ਸਨ ਉਹ ਟਾਇਲਟ ਸਾਫ਼ ਕਰਨੇ, ਨਾਲੀਆਂ ਸਾਫ਼ ਕਰਨੀਆਂ, ਤੇ ਸਤਿਗੁਰੂ ਜੀ ਨੇ ਉਹ ਕਟੋਰਾ ਜੇ ਸੱਟਿਆ ਸੀ ਤੇ ਗੱਲ ਇਹ ਸੀ ਜਿਹੜਾ ਦਹੀਂ ਵਾਲਾ ਕਟੋਰਾ ਪਾਤਸ਼ਾਹ ਦਾ ਉਸ ਖੱਡੇ ਵਿੱਚ ਟੋਏ ਵਿੱਚ ਗਿਰਿਆ। ਕਿਆ ਇਹ ਵੀ ਪੀੜਾ ਵੇਖ ਕਿਵੇਂ ਲੋਕ ਇਸ ਥਾਂ ਦੇ ਵਿੱਚ ਹੱਥ ਮਾਰਦੇ ਨੇ, ਕਟੋਰੇ ਨੂੰ ਕਿਵੇਂ ਕੱਢਿਆ। ਬਾਬਾ ਲਹਿਣਾ ਜੀ ਨੇ ਸਾਫ਼ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਅੱਗੇ ਰੱਖ ਦਿੱਤਾ। ਇਹ ਗੱਲ ਸਿਰਫ ਵੇਖਣਾ ਸੀ ਕਿ ਪੀੜਾ ਕਿਵੇਂ ਉਹਨਾਂ ਦੀ ਹਰਨੀ ਹੈ, ਉਹਨਾਂ ਦੀ ਪੀੜਾ ਨੂੰ ਕਿਵੇਂ ਜਰਨਾ ਹੈ, ਕਿਵੇਂ ਸਮਝਣਾ ਹੈ। ਜੇ ਰਾਤ ਕੱਪੜੇ ਧੋਣ ਦੀ ਗੱਲ ਆਈ ਤੇ ਰਾਤ ਬਸਤਰ ਧੋਣ ਦੀ ਗੱਲ ਨਹੀਂ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀਆਂ ਰਮਜ਼ਾਂ ਨੂੰ ਸਮਝਣ ਦੀ ਗੱਲ ਸੀ। ਕਿਆ ਬਾਬਾ ਲਹਿਣਾ ਜੀ ਨੂੰ ਬਸਤਰ ਧੋ ਕੇ ਲਿਆਓ, ਤੇ ਜਦੋਂ ਆਪ ਜੀ ਬਸਤਰ ਧੋਣ ਗਏ ਤੇ ਵੇਖ ਹੀ ਰਹੇ ਨੇ ਧੋਬੀ ਰਾਤ ਦੀ ਠੰਡ ਹੈ, ਕੋਰਾ ਪੈ ਰਿਹਾ ਏ, ਬਰਫੀਲਾ ਪਾਣੀ ਹੈ, ਤੇ ਰਾਤ ਨੂੰ ਕੱਪੜੇ ਲੋਕ ਧੋ ਰਹੇ ਨੇ। ਜਿਹੜੇ ਧੋਬੀ ਧੋਣ ਵਾਲੇ ਸੀ, ਵੇਖਿਆ ਇਹਨਾਂ ਸ਼ੂਦਰਾਂ ਦੀ, ਇਹਨੇ ਨੀਵਾਂ ਜਾਤ ਵਾਲਿਆਂ ਦੀ ਹਾਲਤ ਵੇਖੋ ਕਿ ਇਹਨਾਂ ਦੀ ਪੀੜਾ ਕੀ ਹੈ। ਜਿਹੜੇ ਰਾਤ ਨੂੰ ਵੀ ਸੁੱਤੇ ਨਹੀਂ ਤੇ ਠੰਡੇ ਪਾਣੀ ਦੇ ਵਿੱਚ ਹੱਥ ਮਾਰ ਰਹੇ ਨੇ, ਜਿਹੜੇ ਕੱਪੜੇ ਧੋ ਰਹੇ ਨੇ। ਕੱਲ ਵਿਖਾਉਣ ਦੀ ਗੱਲ ਇਹ ਸੀ ਕਿ ਜਾਓ ਵੇਖੋ ਰਾਤ ਨੂੰ ਹੋ ਕੀ ਰਿਹਾ ਏ। ਜਿਹੜੇ ਦਿਨ ਚੜੇ ਤੱਕ ਉਹ ਕੱਪੜੇ ਆਪਣੇ ਸੁਕਾ ਕੇ ਤੇ ਲੋਕਾਂ ਤੱਕ ਪਹੁੰਚਾਉਣ ਵਾਲੇ ਸਨ। ਇਹ ਸਭ ਕੁਝ ਵੇਖਣ ਦੀ ਗੱਲ ਸੀ। ਜੇ ਤੁਸੀਂ ਮੁਰਦੇ ਦੀ ਆਪਾਂ ਗੱਲ ਕੀਤੀ, ਮੁਰਦੇ ਖਾਣ ਦੀ ਗੱਲ ਨਹੀਂ ਸੀ।
ਗੱਲ ਹੁਕਮ ਮੰਨਣ ਦੀ ਸੀ ਕਿ ਵੇਖੋ ਕਈਆਂ ਦੇ ਘਰ ਵਿੱਚ ਜਿਹੜੇ ਰਾਤ ਨੂੰ ਕਿਸੇ ਨੂੰ ਭੋਜਨ ਨਹੀਂ ਮਿਲਦਾ, ਉਹ ਕਿਸੇ ਦੇ ਘਰ ਦਾ ਕੋਈ ਬਾਸਾ ਭੋਜਨ ਵੀ ਹੋਵੇ, ਜਿਹੜਾ ਵਧਿਆ ਘਟਿਆ ਉਹ ਵੀ ਖਾ ਜਾਂਦੇ ਨੇ, ਉਹ ਵੀ ਪੱਤਰਾਂ ਚੁੱਕ ਕੇ ਜੂਠੀਆਂ ਜੇ ਬਾਹਰ ਪਿਆ ਹੋਵੇ ਤੇ ਖਾ ਲੈਂਦੇ ਨੇ। ਕਿਆ ਵੇਖ ਵਿਖਾਉਣਾ ਸੀ ਇਹ ਕਿ ਵੀ ਲੋਕਾਂ ਦੇ ਅੰਦਰ ਵੇਖੋ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਇੱਥੇ ਉਸ ਤ੍ਰਿਸ਼ਨਾ ਦੀ ਭੁੱਖ ਦੀ ਗੱਲ ਕੀਤੀ, ਪਰ ਇੱਥੇ ਸਰੀਰਕ ਭੁੱਖ ਦੀ ਗੱਲ ਕੀਤੀ ਕਿ ਵੇਖਣਾ ਏ ਘਰ ਘਰ ਜਾ ਕੇ ਕਿ ਲੋਕ ਕਿਵੇਂ ਭੁੱਖੇ ਵਿਲਕ ਰਹੇ ਨੇ, ਉਹਨਾਂ ਨੂੰ ਗਲ ਦੇ ਨਾਲ ਲਾਉਣਾ ਹੈ। ਗੱਲ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਇਹ ਹੀ ਸੀ ਕਿ ਭਲਾ ਤੇਰੇ ਭਾਣੇ ਸਰਬੱਤ ਦੇ ਭਲੇ ਦੀ ਗੱਲ ਕੀਤੀ ਕਿ ਤੇਰੀ ਰਜਾ ਵਿੱਚ ਸਾਰਿਆਂ ਦਾ ਭਲਾ ਹੋਵੇ। ਇਹ ਭਲਾ ਤਾਂ ਹੀ ਹੋ ਸਕਦਾ ਸੀ ਜਦੋਂ ਤਨ ਦੇ ਨਾਲ ਸੇਵਾ ਕੀਤੀ ਜਾਵੇ, ਸਰੀਰ ਦੇ ਨਾਲ ਸੇਵਾ ਕੀਤੀ ਜਾਵੇ। ਹੱਥ ਸਾਡੇ ਸੇਵਾ ਕਰਨ ਲਈ ਦਿੱਤੇ ਨੇ, ਹਾਥ ਪਾਉ ਕਰ ਕਾਮ। ਮੇਰੇ ਸਾਹਿਬ ਜੀ ਕਹਿੰਦੇ ਨੇ ਹੱਥਾਂ ਪੈਰਾਂ ਨਾਲ ਕੰਮ ਕਰ, ਵੇਲੜ ਬਣ ਕੇ ਕਿਤੇ ਬਹਿ ਨਾ ਜਾਈ, ਭੰਗਰ ਮਸ਼ੰਗਰ ਗੋਰਖਨਾਥ ਵਾਂਗ ਕਿਤੇ ਖੁੰਦਰਾਂ ਦੇ ਵਿੱਚ ਲੁਕ ਨਾ ਜਾਈ। ਮੇਰੇ ਸਾਹਿਬ ਜੀ ਨੇ ਕਿਹਾ ਤੈਨੂੰ ਹੱਥ ਦਿੱਤੇ ਨੇ ਕੰਮ ਕਰਨ ਲਈ, ਇਹਨਾਂ ਹੱਥਾਂ ਦੇ ਨਾਲ ਸੇਵਾ ਕਰ, ਭਲਾ ਤਾਂ ਹੀ ਹੋ ਸਕਦਾ ਏ। ਪਰ ਇਸ ਭਲੇ ਨੂੰ ਅਸੀਂ ਜਾਣਨ ਲਈ ਸਾਨੂੰ ਕਾਦਰ ਦੀ ਕੁਦਰਤ ਦੇ ਨਾਲ ਜੁੜਨਾ ਪਏਗਾ। ਜੇ ਕਾਦਰ ਨੂੰ ਸਮਝਣਾ ਹੈ ਤੇ ਉਸ ਦੀ ਕੁਦਰਤ ਨੂੰ ਜਾਣਨਾ ਪਏਗਾ। ਕੁਦਰਤ ਵੇਖੋ, ਜੇ ਉਸ ਕਾਦਰ ਨੂੰ ਜਾਣਨਾ ਹੈ, ਉਸ ਦੀ ਰਮਜ ਨੂੰ ਸਮਝਣਾ ਹੈ ਤੇ ਕਾਦਰ ਦੀ ਕੁਦਰਤ ਵੱਲੇ ਧਿਆਨ ਮਾਰੋ। ਜੇ ਪਰਉਪਕਾਰੀ ਹੋਣਾ ਹੈ ਤੇ ਬ੍ਰਿਸ਼ਾਂ ਵੱਲ ਧਿਆਨ ਮਾਰੋ। ਆਹ ਬ੍ਰਿਸ਼ ਵੇਖੋ ਕਿੱਡਾ ਪਰਉਪਕਾਰ ਹੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਆਹ ਬ੍ਰਿਸ਼ ਜਿਹੜਾ ਹੈ ਕਿੱਡਾ ਪਰਉਪਕਾਰ ਕਰਦਾ ਹੈ। ਕਾਦਰ ਨੂੰ ਸਮਝਣਾ ਹੈ ਤੇ ਕਾਦਰ ਦੀ ਬਣਾਈ ਹੋਈ ਕੁਦਰਤ ਵੱਲ ਵੇਖੋ। ਕੋਈ ਰਾਹਗੀਰ ਆਵੇ, ਕੋਈ ਪਸ਼ੂ ਆ ਜਾਏ, ਕੋਈ ਪੰਛੀ ਆ ਜਾਵੇ, ਕੋਈ ਕਿਸੇ ਮਜਹਬ ਦੇ ਨਾਲ ਕੋਈ ਵੀ ਜਿਸ ਦਾ ਅਟੈਚਮੈਂਟ ਹੈ ਜਿਹੜਾ ਵੀ ਆ ਜਾਵੇ, ਉਹ ਜਿਹੜਾ ਬ੍ਰਿਸ਼ ਹੈ ਉਸ ਨੂੰ ਠੰਡੀ ਛਾਂ ਦੇ ਦਿੰਦਾ ਹੈ। ਜੇ ਪਰਉਪਕਾਰੀ ਹੋਣਾ ਹੈ ਨਾ, ਬ੍ਰਿਸ਼ ਦੇ ਗੁਣ ਵੇਖੋ, ਉਹ ਠੰਡੀ ਛਾਂ ਦਿੰਦਾ ਹੈ। ਤੇ ਜਿਹੜੀਆਂ ਉਸ ਦੀਆਂ ਜੜ੍ਹਾਂ ਪਤਾਲ ਵਿੱਚ ਗਈਆਂ ਨੇ, ਜਦੋਂ ਕੋਈ ਹੜ੍ਹ ਆਉਂਦਾ ਨਾ, ਪਾਣੀ ਦਾ ਬਹਾਵ ਆਵੇ ਤੇ ਉਹ ਪਕੜ ਲੈਂਦਾ ਹੈ, ਜੜ੍ਹਾਂ ਦੇ ਨਾਲ ਮਿੱਟੀ ਨੂੰ ਫੜ ਲੈਂਦਾ ਹੈ, ਬਹਾਵ ਪਾਣੀ ਦੇ ਨੂੰ ਰੋਕਦਾ ਹੈ ਵੀ ਇਹ ਮਨੁੱਖ ਤੂੰ ਕਿਤੇ ਰੁੜ ਨਾ ਜਾਏ। ਪਰਉਪਕਾਰ ਹੈ, ਭਲਾ ਮਨਾਉਂਦਾ ਹੈ ਬ੍ਰਿਸ਼, ਤੇ ਫਿਰ ਆਪਣੇ ਉੱਤੇ ਦੁੱਖ ਸਹਾਰਦਾ ਏ। ਤੇ ਅੱਗੇ ਵੇਖੋ, ਜੇ ਬ੍ਰਿਸ਼ ਦੇ ਹੇਠਾਂ ਸੰਘਣੀ ਛਾਂ ਦਾ ਆਨੰਦ ਮਾਣਦਿਆਂ ਹੋਇਆਂ ਜੇ ਉਸ ਨੂੰ ਕੋਈ ਵਗਾ ਕੇ ਵੱਟਾ ਮਾਰ ਦੇਵੇ, ਉਹਨੂੰ ਫਲ ਲੱਗੇ ਹੋਣ ਤੇ ਬੁਰਾ ਨਹੀਂ ਮਨਾਉਂਦਾ, ਉਹ ਫਲ ਖਾਣ ਨੂੰ ਦੇ ਦਿੰਦਾ ਹੈ। ਸੰਘਣੀ ਛਾਂ ਦਾ ਆਨੰਦ ਮਾਣਿਆ, ਫਿਰ ਵੱਟਾ ਮਾਰਿਆ ਤੇ ਉਸਨੇ ਫਲ ਦੇ ਦਿੱਤਾ। ਤੇ ਜੇ ਅਗਲੀ ਗੱਲ, ਜੇ ਉਸ ਨੂੰ ਕੋਈ ਵੱਢਣ ਬਹਿ ਜਾਵੇ, ਕੱਟ ਦੇਵੇ ਤੇ ਕੱਟ ਕੇ ਘਰ ਲੈ ਜਾਵੇ ਤੇ ਉਸ ਨੂੰ ਤਰਾਸ਼ ਕੇ ਉਹ ਆਪਣੇ ਡਰਾਇੰਗ ਰੂਮ ਦਾ ਸ਼ਿੰਗਾਰ ਬਣਾ ਲਵੇ, ਚਗਾਠਾਂ ਲਾ ਲਵੇ, ਅੱਗੇ ਦਰਵਾਜ਼ੇ ਦੇ ਫਟਕੇ ਬਣਾ ਕੇ ਲਾ ਲਵੇ, ਤੇ ਉਹ ਫਿਰ ਸਾਡੀ ਘਰ ਦੀ ਰਾਖੀ ਕਰਨ ਵਾਲਾ ਬਣ ਜਾਂਦਾ। ਹਾਂ ਕਿ ਕੱਟ ਦਿੱਤਾ ਉਹਨੂੰ। ਜੇ ਉਸ ਦੀ ਬੇੜੀ ਬਣਾ ਦਿੱਤੀ ਤੇ ਉਹ ਕਹਿੰਦਾ ਤੂੰ ਤੇ ਮੈਨੂੰ ਮੇਰੀਆਂ ਟਾਹਣੀਆਂ ਕੱਢ ਦਿੱਤੀਆਂ, ਮੈਨੂੰ ਕੱਟ ਦਿੱਤਾ, ਜੜੋਂ ਵੱਢ ਦਿੱਤਾ, ਵੇਖ ਮੈਂ ਹੁਣ ਬੇੜੀ ਬਣ ਕੇ ਤੇਰੇ ਪਰਿਵਾਰ ਨੂੰ ਮੈਂ ਪਾਰ ਕਰ ਰਿਹਾ। ਇਹ ਭਲਾ ਗੁਰੂ ਨਾਨਕ ਸਾਹਿਬ ਮਹਾਰਾਜ ਸਭਨਾਂ ਦਾ ਭਲਾ ਮਨਾਏਂਦੇ, ਸਾਰਿਆਂ ਦਾ ਭਲਾ, ਮਨੁੱਖਤਾ ਦਾ ਭਲਾ ਮਨਾਉਂਦੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਵੇਂ ਸੂਰਜ ਦੀਆਂ ਕਿਰਨਾਂ ਨਿਕਲਦੀਆਂ ਨੇ, ਪਉ ਫੁੱਟੀ ਹੈ, ਉਹ ਕਿਸੇ ਨਾਲ ਵਿਤਕਰਾ ਨਹੀਂ ਕਰਦਾ, ਸਾਰਿਆਂ ਨੂੰ ਕਿਰਨਾਂ ਬਰਾਬਰ ਦਾ ਸੂਰਜ ਚਾਨਣਾ ਦਿੰਦਾ ਏ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕੋਲ ਆਓ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਭਨਾਂ ਦਾ ਭਲਾ ਮਨਾਉਂਦੇ ਨੇ, ਸਾਰਿਆਂ ਨੂੰ, ਮਨੁੱਖਤਾ ਨੂੰ ਅਗਿਆਨਤੇ ਦੇ ਹਨੇਰੇ ਵਿੱਚੋਂ ਕੱਢ ਕੇ ਗਿਆਨ ਦਾ ਰੋਸ਼ਨੀ, ਗਿਆਨ ਦਾ ਪ੍ਰਕਾਸ਼, ਗਿਆਨ ਦਾ ਚਾਨਣ ਦਿੰਦੇ ਨੇ। ਗੁਰੂ ਨਾਨਕ ਦੇ ਮਹਾਰਾਜ ਜੀ ਸਾਰਿਆਂ ਦਾ ਭਲਾ ਮਨਾਉਂਦੇ ਨੇ। ਅੱਜ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਬੋਲ ਨੇ। ਇਹ ਬ੍ਰਿਸ਼ ਮੈਂ ਕਿਹਾ ਕਾਦਰ ਨੂੰ ਜਾਣਨਾ ਹੈ ਤੇ ਉਸ ਦੀ ਕੁਦਰਤ ਨੂੰ ਸਮਝਣਾ ਪਏਗਾ, ਉਹਦੀ ਰਮਜ ਨੂੰ ਸਮਝਣਾ ਪਏਗਾ। ਬ੍ਰਿਸ਼ ਫਲ ਖਾਣ ਨੂੰ ਦੇ ਦਿੰਦਾ ਹੈ, ਜੇ ਉਸ ਨੂੰ ਕੱਟ ਦਈਏ ਤੇ ਫਿਰ ਉਹ ਘਰ ਦਾ ਸ਼ਿੰਗਾਰ ਬਣ ਜਾਂਦਾ ਏ। ਬੂਹੇ ਲੱਗ ਕੇ ਉਹ ਘਰ ਦੇ ਸਾਡੇ ਦੀ ਰਾਖੀ ਕਰਦਾ ਹੈ। ਤੇ ਭਾਈ ਗੁਰਦਾਸ ਜੀ ਨੇ ਕਿਹਾ
ਧਰਤੀ ਉੱਤੇ ਰੁੱਖ ਸਿਰ ਤਲਵਾਇਆ, ਆਪ ਸਹੰਦੇ ਦੁੱਖ ਜਗ ਵਰਸਾਇਆ। ਫਲ ਦੇ ਲਾਹਨ ਭੁੱਖ, ਫਲ ਦਿਨ ਲਾਹਨ ਭੁੱਖ ਵਟ ਵਗਾਇਆ। ਸਤਿਗੁਰੂ ਜੀ ਦੇ ਪਾਵਨ ਬੋਲ ਆਪਾਂ ਪੜ੍ਹ ਰਹੇ ਹਾਂ, ਗੁਰੂ ਸ਼ਬਦ ਨਾਲ ਆਪਾਂ ਜੁੜੇ ਹਾਂ। ਫਲ ਦੇ ਲਾਹਨ ਭੁੱਖ ਵਟ ਵੰਗਾਇਆ, ਕਿਆ ਛਾਵ ਘਣੀ ਬੈ ਸੁਖ ਮਨ ਪਰਚਾਇਆ। ਵੱਢਣ ਆਏ ਮਨੁੱਖ ਆਪ ਤਛਾਇਆ, ਵਿਰਲੇ ਹੀ ਸਨਮੁਖ ਭਾਣਾ ਪਾਇਆ। ਉਹ ਇਹੋ ਜੇ ਮਨੁੱਖ ਵਿਰਲੇ ਹਨ ਜਿਹੜੇ ਬ੍ਰਿਸ਼ ਵਾਂਗ ਭਾਣੇ ਵਿੱਚ ਰਹਿੰਦੇ ਨੇ, ਰਜ਼ਾ ਵਿੱਚ ਰਹਿੰਦੇ ਨੇ, ਸਾਰਿਆਂ ਦਾ ਭਲਾ ਮਨਾਉਂਦੇ ਨੇ। ਤੇ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਪੜਨ ਵਾਲਿਓ, ਮੇਰੇ ਸਾਹਿਬ ਜੀ ਕਹਿੰਦੇ ਨੇ, ਤੂੰ ਪੇੜ। ਆ ਸਿੱਖ ਇੱਕ ਕੌਮ ਇਹੋ ਜੀ ਗੁਰੂ ਸਾਹਿਬ ਜੀ ਨੇ ਬਣਾਈ ਹੈ, ਸਾਰਿਆਂ ਦਾ ਭਲਾ ਮਨਾਉਂਦੀ ਹੈ। ਜਿੱਥੇ ਕੋਈ ਆਫਤ ਆ ਜਾਵੇ, ਮੁਸੀਬਤ ਆ ਜਾਵੇ, ਉੱਥੇ ਜਾ ਕੇ ਲੰਗਰ ਲਾ ਦਿੰਦੀ ਹੈ। ਤੇ ਮੇਰੇ ਸਤਿਗੁਰੂ ਜੀ ਕਹਿੰਦੇ ਨੇ, ਇਸ ਸਿੱਖ ਕੌਮ ਨੂੰ ਸਮਝਣ ਦੇ ਲਈ ਕਾਦਰ ਦੀ ਕੁਦਰਤ ਨੂੰ ਸਮਝਣਾ ਪਏਗਾ। ਕਿਆ ਤੂੰ ਪੇੜ ਸ਼ਾਖ ਤੇਰੀ ਫੁੱਲੀ, ਤੂੰ ਸੂਖਮ ਹੋਵਾ ਅਸਥੂਲੀ। ਮੇਰੇ ਮਾਲਕਾ, ਤੂੰ ਇੱਕ ਰੁੱਖ ਵਰਗਾ ਹੈ, ਤੂੰ ਇੱਕ ਪੇੜ ਵਰਗਾ ਹੈ। ਆ ਜਿਹੜੀਆਂ ਸਾਰੀ ਮਨੁੱਖਤਾ, ਸਾਰਾ ਜੋ ਕੁਝ ਅਸੀਂ ਵਾਤਾਵਰਣ ਵੇਖ ਰਹੇ ਹਾਂ, ਜੋ ਕੁਝ ਅਸੀਂ ਕਾਇਨਾਤ ਵਿੱਚ, ਸ੍ਰਿਸ਼ਟੀ ਵਿੱਚ ਵੇਖਦੇ ਹਾਂ, ਤੇਰੀਆਂ ਟਾਹਣੀਆਂ ਨੇ। ਇਹ ਤੇਰੀਆਂ ਸ਼ਾਖਾਵਾਂ ਨੇ, ਇਹ ਤੇਰੀਆਂ ਟਾਹਣੀਆਂ, ਤੇਰੇ ਫੁੱਲ ਤੇ ਫਲ ਨੇ। ਤੇ ਕਿਆ ਤੂੰ ਪੇੜ ਸ਼ਾਖ ਤੇਰੀ ਫੁੱਲੀ, ਤੂੰ ਸੂਖਮ ਹੋਵਾ ਅਸਥੂਲੀ। ਕਬੀਰ ਜੀ ਵੀ ਕਹਿੰਦੇ ਨੇ, ਕਬੀਰ ਤਰਵਰ ਰੂਪੀ ਰਾਮ ਹੈ, ਫਲ ਰੂਪੀ ਬੈਰਾਗ, ਛਾਇਆ ਰੂਪੀ ਸਾਧ ਹੈ, ਜਿਨ ਤਜਿਆ ਬਾਦ ਵਿਵਾਦ ਕੱਢ ਦਿੱਤਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿਹੜੀ ਵਰਣਮੰਡ ਸੀ ਉਸ ਨੂੰ ਕੱਢਣਾ ਸ਼ੁਰੂ ਕਰ ਦਿੱਤਾ। ਤੇ ਆਪਣੇ ਤੋਂ ਬਾਅਦ ਬਾਬਾ ਲਹਿਣਾ ਜੀ ਗਏ, ਤੇ ਬਾਬਾ ਲਹਿਣਾ ਜੀ ਨੂੰ ਵੀ ਉਸੇ ਪ੍ਰੀਖਿਆ ਵਿੱਚ ਪਾ ਦਿੱਤਾ, ਉਸੇ ਪ੍ਰੀਖਿਆਵਾਂ, ਉਸੇ ਸਿੱਖਿਆਵਾਂ ਵਿੱਚ ਲਾਇਆ। ਤੇ ਜਦੋਂ ਵੇਖ ਲਿਆ ਬਈ ਹੁਣ ਕੋਈ ਫਰਕ ਨਹੀਂ ਰਹਿ ਗਿਆ, ਇਹ ਵੀ ਸ਼ਬਦਾਂ ਦਾ ਭਲਾ ਮਨਾਉਣ ਵਾਲੇ ਆ ਗਏ ਨੇ, ਤਾਂ ਆਪ ਨੇ ਅੰਗਾਂ ਨਾਲ ਲਾਇਆ ਤੇ ਅੰਗਦ ਬਣਾਇਆ। ਫੇਰ ਵਸਾਇਆ ਫੇਰ ਆਣ ਸਤਿਗੁਰ ਖਾਡੂਰ। ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਜਦੋਂ ਖਡੂਰ ਵਿੱਚ ਆਏ ਨੇ, ਸਭਨਾਂ ਦਾ ਭਲਾ ਮਨਾਏਂਦੇ, ਸਭਨਾਂ ਦਾ ਭਲਾ ਮਨਾਉਂਦਿਆਂ ਹੋਇਆਂ ਦੀਨ ਦੁਨੀਆ ਦੇ ਮਾਲਕ ਨੇ ਕਿਹੜਾ ਲੰਗਰ ਲਾਇਆ? ਅਗਿਆਨਤਾ ਦਾ ਹਨੇਰਾ ਦੂਰ ਕਰਨ ਵਾਸਤੇ ਰੋਸ਼ਨੀ ਦੇਣੀ ਸ਼ੁਰੂ ਕਰ ਦਿੱਤੀ, ਪ੍ਰਕਾਸ਼ ਦੇਣਾ ਸ਼ੁਰੂ ਕਰ ਦਿੱਤਾ, ਧਨ ਦਾ ਦੌਲਤ ਦਾ ਨਾਮ ਵੰਡਣਾ ਸ਼ੁਰੂ ਕਰ ਦਿੱਤਾ। ਤੇ ਮਾਤਾ ਪਿੱਛੇ ਖੀਵੀ ਜੀ ਵੀ ਪਿੱਛੇ ਨਹੀਂ ਰਹੇ, ਉਹਨਾਂ ਦੀ ਧਰਮ ਸਪਤਨੀ ਵੀ ਪਿੱਛੇ ਨਹੀਂ ਰਹੇ। ਬਾਬਾ ਬਲਵੰਡ ਜੀ ਕੀ ਕਹਿੰਦੇ ਨੇ? ਬਲਵੰਡ ਖੀਵੀ ਨੇਕ ਜਨ। ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਧਰਮ ਸਪਤਨੀ ਬੜੇ ਨੇਕ ਨੇ, ਬੜੇ ਭਲੇ ਨੇ, ਬੜਾ ਭਲਾ ਕਰਮ ਕਰਦੇ ਨੇ। ਬਲਵੰਡ ਖੀਵੀ ਨੇਕ ਜਨ, ਜਿਸ ਬਹੁਤੀ ਸ਼ਾਮ ਪਤਰਾਲੀ, ਕਿਆ ਲੰਗਰ ਦੌਲਤ ਵੰਡੀਐ, ਰਸ ਅੰਮ੍ਰਿਤ ਖੀਰ ਘਿਆਲੀ। ਜੇ ਦੀਨ ਦੁਨੀਆ ਦੇ ਮਾਲਕ ਗੁਰੂ ਅੰਗਦ ਦੇਵ ਮਹਾਰਾਜ ਖਾੜਿਆਂ ਦੇ ਵਿੱਚ ਨੌਜਵਾਨਾਂ ਦੇ ਕੁਸ਼ਤੀ ਕਰਾਉਂਦੇ ਨੇ, ਉਹਨਾਂ ਨੂੰ ਸਰੀਰਕ ਤੰਦਰੁਸਤ ਰੱਖਣ ਵਾਸਤੇ, ਨਸ਼ਿਆਂ ਤੋਂ ਬਚਣ ਵਾਸਤੇ ਪਾਤਸ਼ਾਹ ਇਹ ਸਾਰੇ ਕਾਰਜ ਕਰਦੇ ਨੇ। ਤੇ ਇਧਰ ਮਾਤਾ ਖੀਵੀ ਜੀ ਪਤਾ ਕੀ ਕਰਦੇ ਨੇ? ਖੀਰ ਘਿਆਲੀ ਭਾਵ ਘਿਓ ਵਾਲੀ ਖੀਰ ਉਹਨਾਂ ਨੂੰ ਵੰਡ ਰਹੇ ਨੇ, ਘਿਓ ਵਾਲੀ ਖੀਰ ਖਵਾ ਰਹੇ ਨੇ। ਤੇਰਾ ਸਾਧਨ ਠੀਕ ਰਹੇ, ਪੌਸ਼ਟਿਕ ਭੋਜਨ ਦੇ ਰਹੇ ਨੇ, ਇਹ ਸਰੀਰ ਠੀਕ ਰਹੇ। ਪਰ ਅੱਜ ਸਾਨੂੰ ਕੀ ਹੋ ਗਿਆ? ਅਸੀਂ ਅੱਜ ਉਹ ਗਰਮ ਸ਼ੰਗਰ ਗੋਰਖਨਾਥ ਵਾਂਗੂ ਘਰਾਂ ਨੂੰ ਛੱਡ ਪਏ, ਸਿਰਾਂ ਵਿੱਚ ਸਵਾ ਪਾ ਕੇ, ਬੋੜ ਦਾ ਦੁੱਧ ਪਾ ਕੇ ਜੜਾਵਾਂ ਬਣਾ ਲਓ, ਇਸ ਸਰੀਰ ਨੂੰ ਨੰਗੇ ਰੱਖੋ। ਇਸ ਸਰੀਰ ਦੇ ਉੱਤੇ ਕਸ਼ਟ ਪਾਣੀ ਵਿੱਚ ਖਲੋ ਗਿਆ, ਜਾਂ ਮੇਰੇ ਸਾਹਿਬ ਜੀ ਕਹਿੰਦੇ ਨੇ ਪੁੱਠਾ ਲਟਕ ਗਿਆ। ਸਤਿਗੁਰੂ ਜੀ ਕਹਿੰਦੇ ਨੇ ਇਹਨਾਂ ਦੇ ਕਰਮ ਕਾਂਡਾਂ ਦੇ ਨਾਲ ਰੱਬ ਦੀ ਪ੍ਰਾਪਤੀ ਨਹੀਂ ਹੋਣੀ। ਸਤਿਗੁਰੂ ਜੀ ਕਹਿੰਦੇ ਨੇ ਇਹ ਸਾਧਨ ਜਿਹੜਾ ਹੈ ਨਾ, ਇਹਨ ਸਾਧਨ ਹੈ ਸਾਡਾ ਸਰੀਰ, ਇਹਨੂੰ ਤੇ ਤੂੰ ਪੌਸ਼ਟਿਕ ਭੋਜਨ ਦੇ, ਸਵਾਰ ਕੇ ਰੱਖ, ਨਸ਼ਿਆਂ ਵਿਸ਼ਿਆਂ ਵਿਕਾਰਾਂ ਤੋਂ ਬਚਾ ਕੇ। ਜਦੋਂ ਤੇਰਾ ਤਨ ਠੀਕ ਹੋਏਗਾ, ਮਨ ਦੇ ਵਿੱਚੋਂ ਵੀ ਵਾਹਿਗੁਰੂ ਤਾਂ ਹੀ ਨਿਕਲਣਾ ਹੈ।
ਜੇ ਸਰੀਰ ਹੀ ਤਨ ਨਹੀਂ ਸਾਡਾ ਠੀਕ ਤੇ ਅੰਦਰੋਂ ਵਾਹਿਗੁਰੂ ਨਹੀਂ ਨਿਕਲ ਸਕਦਾ। ਅਸੀਂ ਬਾਣੀ ਨਹੀਂ ਪੜ ਸਕਦੇ, ਅੰਮ੍ਰਿਤ ਵੇਲੇ ਜਾਗ ਨਹੀਂ ਸਕਦੇ। ਇਹ ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੋਲੋਂ ਜਦੋਂ ਬਾਬਾ ਲਹਿਣਾ ਰੂਪ ਵਿੱਚ ਸਿੱਖਿਆ ਲਈ ਤੇ ਫਿਰ ਕਿਹਾ ਸੇਵਾ ਹੱਥਾਂ ਨਾਲ ਕਰਨੀ ਹੈ ਤੇ ਸਿਮਰਨ ਮਨ ਨਾਲ ਕਰਨਾ ਹੈ। ਜਦੋਂ ਮਾਂ ਨੇ ਆਪਣੇ ਪੁੱਤਰ ਨੂੰ ਯਾਦ ਕਰਨਾ ਹੋਵੇ ਉਹਨੂੰ ਕੰਮ ਘਰ ਦੇ ਛੱਡਣ ਦੀ ਲੋੜ ਨਹੀਂ ਪੈਂਦੀ, ਉਹਨੂੰ ਘਰ ਪਰਿਵਾਰ ਛੱਡਣ ਦੀ ਲੋੜ ਨਹੀਂ ਪੈਂਦੀ। ਸਾਧ ਸੰਗਤ ਕਦੀ ਮਾਂ ਨੇ ਕੰਮਕਾਰ ਛੱਡ ਕੇ ਆਪਣੇ ਪੁੱਤਰ ਨੂੰ ਯਾਦ ਕਰਨਾ ਸ਼ੁਰੂ ਕੀਤਾ ਹੈ? ਕਦੀ ਉਹਨੇ ਕੋਈ ਗਹਿਣੇ, ਕੋਈ ਛੈਣੇ ਜਾਂ ਕੋਈ ਮਾਲਾਵਾਂ ਹੱਥ ਵਿੱਚ ਫੜ ਕੇ ਪੁੱਤਰ ਨੂੰ ਯਾਦ ਕੀਤਾ? ਕੋਈ। ਉਹਨੂੰ ਤੇ ਉਹਦਾ ਤੇ ਯਾਦ ਬੜੀ, ਉਹਦਾ ਤੇ ਸਿਮਰਨ ਮਨ ਵਿੱਚ ਚੱਲ ਰਿਹਾ ਹੈ, ਤਨ ਕਰਕੇ ਕੰਮ ਕਰ ਰਹੀ ਹੈ, ਮਨ ਕਰਕੇ ਉਸ ਪਰਮੇਸ਼ਰ ਦੇ ਨਾਲ ਆਪਾਂ ਜੁੜਨਾ ਹੈ। ਅਸੀਂ ਸੰਸਾਰ ਵਿੱਚ ਸਾਨੂੰ ਸਤਿਗੁਰੂ ਨੇ ਇਹ ਤਨ ਦਿੱਤਾ ਹੈ, ਹਾਥ ਪਾਉ ਕਿਆ ਕਰ ਕੀ ਕੰਮ ਸਾਰੇ, ਵੇਲੜ ਨਾ ਬਹਿ। ਵੇਲਾ ਤੇ ਪਿਓ ਨੂੰ ਆਪਣਾ ਪੁੱਤਰ ਚੰਗਾ ਨਹੀਂ ਲੱਗਦਾ। ਕਲੰਗੀਆਂ ਵਾਲੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਤੂੰ ਵੀ ਕੰਮ ਕਰ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਤੂੰ ਸੰਸਾਰ ਵਿੱਚ ਆਇਆ ਹੈ, ਇਹ ਸਾਧਨ ਨੂੰ ਸਵਾਰ ਕੇ ਰੱਖ। ਅੱਜ ਦੇ ਸ਼ਬਦ ਵਿੱਚ ਮੇਰੇ ਸਤਿਗੁਰੂ ਜੀ ਕਹਿੰਦੇ ਨੇ ਸੱਚ ਹੈ। ਸੱਚ ਹੈ ਤੋਂ ਭਾਵ ਹੈ ਸਿਮਰਨ ਕਿਹਦਾ ਕਰਨਾ ਹੈ, ਜਿਹੜਾ ਸਥਿਰ ਹੈ। ਇਸ ਸ਼ਬਦ ਵਿੱਚ ਸੇਵਾ ਤੇ ਸਿਮਰਨ ਦੀ ਗੱਲ ਹੈ। ਮਨ ਕਰਕੇ ਉਸ ਵਾਹਿਗੁਰੂ ਨੂੰ ਚਿੱਤ ਵਿੱਚ ਚੇਤੇ ਰੱਖਣਾ ਤੇ ਕਾਦਰ ਦੀ ਕੁਦਰਤ ਨੂੰ ਜਾਣਦਿਆਂ ਹੋਇਆਂ ਹੀ ਅਸੀਂ ਉਸ ਵਾਹਿਗੁਰੂ ਨਾਲ ਜੁੜ ਸਕਾਂਗੇ। ਜਦੋਂ ਸਾਡਾ ਅੰਦਰ ਪਰਉਪਕਾਰੀ ਹੋ ਜਾਏਗਾ, ਜਿਵੇਂ ਇੱਕ ਬ੍ਰਿਸ਼ ਪਰਉਪਕਾਰ ਕਰਦਾ ਹੈ, ਸਾਨੂੰ ਵੀ ਐਵੇਂ ਜਿਹਾ ਪਰਉਪਕਾਰੀ ਬਣਨਾ ਪਏ। ਪਰ ਗੁਰੂ ਪਿਆਰਿਓ, ਬ੍ਰਿਸ਼ ਕਿੱਡਾ ਪਰਉਪਕਾਰੀ ਹੈ। ਵੇਖੋ, ਜੇ ਪਕਸ਼ੀ ਸ਼ਾਮਾਂ ਹੁੰਦੀਆਂ ਨੇ ਨਾ ਤੇ ਉਸ ਦੇ ਕੋਲ ਚਲੇ ਜਾਂਦੇ ਨੇ, ਉਹਦੇ ਉੱਤੇ ਜਾਂ ਏਠਾਂ ਆਪਣੇ ਆਲਣੇ ਪਾ ਲੈਂਦੇ ਨੇ, ਸਵੇਰਾ ਹੋਵੇ ਤੇ ਉੱਡ ਜਾਂਦੇ ਨੇ ਚਾਏ ਚਾਏ ਕਰਦੇ। ਅੱਜ ਅਸੀਂ ਬ੍ਰਿਸ਼ਾਂ ਨੂੰ ਛੱਡ ਨਹੀਂ ਰਹੇ, ਧਿਆਨ ਦਿਆ ਜੇ। ਅਸੀਂ ਬ੍ਰਿਸ਼ਾਂ ਦਾ ਅੱਜ ਕੱਟ ਕੇ ਨਾ ਘਾਣ ਕਰ ਰਹੇ ਹਾਂ। ਅਸੀਂ ਆਪਣੀਆਂ ਵੱਡੀਆਂ ਪਾਰਕਾਂ ਬਣਾ ਰਹੇ ਹਾਂ ਜਾਂ ਆਪਣੇ ਘਰ ਦੇ ਵਿਹੜੇ ਖੁੱਲੇ ਕਰ ਰਹੇ ਹਾਂ ਕਿ ਬ੍ਰਿਸ਼ ਤੇ ਇੱਕ ਪਰਉਪਕਾਰ ਨਹੀਂ, ਸਾਨੂੰ ਫਲ ਜਾਂ ਫੁੱਲ ਜਾਂ ਛਾਂ ਹੀ ਨਹੀਂ, ਸਾਨੂੰ ਆਕਸੀਜਨ ਦਿੰਦਾ ਹੈ। ਜੇ ਬ੍ਰਿਸ਼ ਨਾ ਹੋਣਗੇ ਸਾਡੇ ਫੇਫੜੇ ਖਲੋ ਜਾਣਗੇ, ਸਾਨੂੰ ਸਾਹ ਨਹੀਂ ਆਵੇਗਾ, ਸਾਨੂੰ ਸਾਹ ਆਉਣਾ ਔਖਾ ਹੋ ਜਾਏਗਾ। ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਆਪ ਬ੍ਰਿਸ਼ ਲਾਉਂਦੇ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਭਨਾਂ ਦਾ ਭਲਾ ਮਨਾਉਂਦੇ ਨੇ, ਇਹ ਵਾਤਾਵਰਣ ਦਾ ਵੀ ਭਲਾ ਮਨਾਉਂਦੇ ਨੇ। ਆ ਜਿਹੜਾ ਅਸੀਂ ਲੈਂਡ ਪੋਲੂਸ਼ਨ ਕਰ ਰਹੇ ਹਾਂ, ਧਰਤੀ ਤੇ ਗੰਦਗੀ ਪਾ ਰਹੇ ਹਾਂ, 에ਅਰ ਪੋਲੂਸ਼ਨ, ਇਹ ਸਾਰੇ ਜਿੰਨੇ ਵੀ ਅਸੀਂ ਗੰਦਗੀ ਮਨੁੱਖ ਹੀ ਪਾ ਰਿਹਾ। ਜੇ ਅਸੀਂ ਇਹ ਕੁਝ ਕਰਦੇ ਰਵਾਂਗੇ ਤੇ ਅਸੀਂ ਮਨੁੱਖਤਾ ਦਾ ਭਲਾ ਨਹੀਂ ਕਰ ਸਕਦੇ। ਮਨੁੱਖਤਾ ਦਾ ਭਲਾ ਤੇ ਕੀ ਕਰਨਾ ਹੈ? ਆਪਣੀ ਨਿਊ ਜਨਰੇਸ਼ਨ ਆਉਣ ਵਾਲੇ, ਆਪਣੀ ਪੀੜ੍ਹੀ ਜਿਹੜੀ ਹੈ ਉਹਨਾਂ ਦਾ ਆਪਣੇ ਹੱਥੀਂ ਅਸੀਂ ਗਲਾ ਕੱਟ ਰਹੇ ਹਾਂ। ਉਹਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਸਾਹ ਨਹੀਂ ਆਏਗਾ ਜੇ ਅਸੀਂ ਸਾਰੇ ਬ੍ਰਿਸ਼ ਕੱਟ ਦੇਵਾਂਗੇ, ਜੇ ਅਸੀਂ ਵਾਤਾਵਰਣ ਦਾ ਭਲਾ ਨਹੀਂ ਮਨਾਉਂਦੇ। ਗੁਰੂ ਨਾਨਕ ਸਾਹਿਬ ਮਹਾਰਾਜ ਚਿੜੀਆਂ, ਇਹ ਨਹੀਂ ਵੀ ਹਿੰਦੁਸਤਾਨ ਦਾ ਭਲਾ ਹੋਵੇ ਅਤੇ ਪਾਕਿਸਤਾਨ ਨੇ ਸਾਡੇ ਨਾਲ ਜੰਗ ਸ਼ੁਰੂ ਕੀਤੀ ਹੋਈ ਹੈ, ਅਸੀਂ ਉਹਨਾਂ ਦਾ ਭਲਾ ਨਹੀਂ ਮਨਾਉਂਦੇ। ਇੱਥੇ ਤੇ ਜਦੋਂ ਅਰਦਾਸ ਹੁੰਦੀ ਹੈ ਸਾਰਿਆਂ ਦੇ ਭਲੇ ਦੀ ਗੱਲ ਹੁੰਦੀ ਹੈ। ਉਹਦੇ ਵਿੱਚ ਪੰਛੀ ਹੋਣ, ਪ੍ਰਜਾਤੀ ਹੋਣ ਜਾਂ ਮਨੁੱਖਤਾ ਹੋਵੇ, ਸਾਰਿਆਂ ਦੇ ਭਲੇ ਦੀ ਗੱਲ ਕੀਤੀ ਜਾਂਦੀ ਹੈ। ਸਾਰਿਆਂ ਦਾ ਭਲਾ ਤਾਂ ਹੀ ਹੋਵੇਗਾ ਜਦੋਂ ਅਸੀਂ ਗੁਰੂ ਸ਼ਬਦ ਨਾਲ ਜੁੜਾਂਗੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੁੜਾਂਗੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਵਸਾਵਾਂਗੇ ਤੇ ਇੱਕ ਨਾਲ ਜੁੜਾਂਗੇ। ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਜਿਹੜਾ ਇੱਕ ਹੈ ਸਭਨਾ ਜੀਆਂ ਕਾ ਇੱਕ ਦਾਤਾ। ਫਿਰ ਗੁਰੂ ਅੱਗੇ ਕਦੀ ਇਹ ਆਖਿਆ ਕਰੀਏ, ਗੁਰਾ ਉਹ ਬੁਝਾ ਦੇ, ਉਹ ਸਾਨੂੰ ਜਿਹੜੀ ਰਮਜ ਸਮਝ ਨਹੀਂ ਸਾਡੇ ਆ ਰਹੀ, ਉਹ ਸਾਡੇ ਖਾਨੇ ਵਿੱਚ ਗੱਲ ਪਾ ਦੇ। ਕਦੀ ਅਸੀਂ ਗੁਰੂ ਅੱਗੇ ਆ ਕੇ ਤਰਲਾ ਲਿਆ, ਗੁਰਾ ਇੱਕ ਦੇਹ ਬੁਝਾਈ, ਕਿਆ ਸਭਨਾ ਜੀਆਂ ਕਾ ਨਫ਼ਰਤ ਖਤਮ ਹੋ ਜਾਵੇ, ਕੋਈ ਜਾਤ ਪਾਤ ਸਾਡੇ ਅੰਦਰ ਵਰਣ ਵੰਡ ਰਹਿ ਨਾ ਜਾਵੇ, ਇੱਕ ਦਾਤਾ ਸਾਨੂੰ ਪਤਾ ਲੱਗ ਜਾਵੇ ਸਾਰਿਆਂ ਦਾ ਇੱਕੋ ਹੀ ਹੈ, ਸਾਰਿਆਂ ਦਾ ਇੱਕ ਮਾਲਕ ਹੈ। ਇਹ ਤਾਂ ਹੀ ਪਤਾ ਲੱਗੇਗਾ। ਉਠਤ ਬੈਠਤ ਸੋਵਤ ਨਾਮ, ਉੱਠਦਿਆਂ ਵੀ, ਬਹਿੰਦਿਆਂ ਵੀ, ਸੌਂਦਿਆਂ ਵੀ, ਜਾਗਦਿਆਂ ਵੀ
ਜਦੋਂ ਉਸ ਵਾਹਿਗੁਰੂ ਦੀ ਯਾਦ ਸਾਡੇ ਅੰਦਰ ਬਣੀ ਰਹੇਗੀ। ਸੱਚ ਹੈ ਬੈਸਣ ਉੱਠਣਾ, ਸੱਚ ਭੋਜਨ ਭਾਖਿਆ। ਤੇ ਫਿਰ ਭੋਜਨ ਕਿਹੜਾ? ਅਸੀਂ ਵਿਕਾਰਾਂ ਦਾ ਭੋਜਨ ਲੈ ਰਹੇ ਹਾਂ, ਨਾਨਾ ਪ੍ਰਕਾਰ ਦੇ ਭੋਜਨ ਅਸੀਂ ਆਪਣੇ ਉਦਰ ਵਿੱਚ ਪਾ ਰਹੇ ਹਾਂ। ਪਾਓ, ਨੋ ਪ੍ਰੋਬਲਮ, ਪਰ ਇੱਥੇ ਅੰਦਰ ਇਹ ਬਣ ਜਾਵੇ ਸਾਚੇ ਨਾਮ ਕੀ। ਕਦੀ ਅਸੀਂ ਕਿਹਾ ਮੇਰੇ ਮਾਲਕ ਸਾਨੂੰ ਹੁਣ ਸੱਚੇ ਪ੍ਰਮਾਤਮਾ ਦੇ ਨਾਮ ਦੀ ਭੁੱਖ ਲੱਗੀ ਹੈ। ਜੇ ਸਰੀਰ ਦੀ ਭੁੱਖ ਹੋਵੇ ਤੇ ਅਸੀਂ ਭੱਜ ਭੱਜ ਕੇ ਪਦਾਰਥਾਂ ਨੂੰ ਪੈਨੇ ਆ, ਤੇ ਜਦੋਂ ਨਾਮ ਦੀ ਭੁੱਖ ਹੋਵੇ ਤੇ ਅੰਮ੍ਰਿਤ ਵੇਲਾ ਜਾਗਿਆ ਕਿਉਂ ਨਹੀਂ ਜਾਂਦਾ? ਅੰਮ੍ਰਿਤ ਵੇਲੇ ਉੱਠਿਆ ਕਿਉਂ ਨਹੀਂ ਜਾਂਦਾ? ਜੇ ਸਾਡੇ ਅੰਦਰ ਨਾਮ ਦੀ ਭੁੱਖ ਹੋਵੇਗੀ, ਅੰਮ੍ਰਿਤ ਵੇਲੇ ਜਾਗਾਂਗੇ, ਤੇ ਜਦੋਂ ਨਾਮ ਦੀ ਦਾਤ ਲਵਾਂਗੇ, ਸਾਚੇ ਨਾਮ ਕੀ ਲਾਗੈ ਭੂਖ, ਫਿਰ ਕਿਆ ਭਾਖਿਆ। ਭਾਖਿਆ ਮੀਨਸ ਬੋਲੀ ਸਾਡੀ ਫਿਰ ਜਿਹੜੀ ਹੈ ਖਰਬੀ ਬੋਲੀ, ਆ ਜਿਹੜੀ ਸਾਡੀ ਮਾੜੀ ਬੋਲੀ ਇਹ ਨਹੀਂ ਰਹਿ ਗਈ। ਸੋ ਵਾਖਿਆ ਤੋਂ ਭਾਵ ਹੈ ਜਿਹੜਾ ਸਾਡਾ ਬੋਲ ਹੈ, ਜਿਹੜੇ ਸਾਡੇ ਸ਼ਬਦ ਨੇ, ਇਹ ਫਿਰ ਮਿੱਠ ਬੋਲੜੇ ਹੋ ਜਾਣਗੇ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹਉ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌੜਾ, ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨੈ, ਔਗਣ ਕੋ ਨਾ ਚਿਤਾਰੇ। ਉਹ ਜਿਵੇਂ ਜਿਹਾ ਮਿੱਠ ਬੋਲੜਾ ਪਰਮਾਤਮਾ ਹੈ, ਫਿਰ ਮਨੁੱਖ ਤੇਰੀ ਵੀ ਐਵੇਂ ਜੀ ਹਾਲਤ ਬਣ ਜਾਵੇਗੀ, ਤੂੰ ਵੀ ਇੱਕ ਮਿੱਠ ਬੋਲੜਾ ਹੋ ਜਾਏਗਾ। ਤੇਰੇ ਅੰਦਰ ਜਿਹੜੀ ਮਿਠਾਸ ਭਰ ਜਾਵੇਗੀ, ਕਿਹੜੀ? ਬਾਣੀ ਦੀ, ਬਾਣੇ ਦੀ। ਸਤਿਗੁਰੂ ਜੀ ਕਹਿੰਦੇ ਨੇ ਮਿੱਠ ਬੋਲੜਾ ਬਣਨਾ ਹੈ ਤੇ ਫਿਰ ਕਰਨਾ ਕੀ ਪਏਗਾ? ਗੁਰੂ ਦੇ ਉਪਦੇਸ਼ ਨਾਲ ਜੁੜਨਾ ਪਏਗਾ। ਚਿੱਤ ਸੱਚਾ, ਚਿੱਤ ਦੇ ਵਿੱਚ ਆ ਗਈ ਗੱਲ। ਇੱਥੇ ਚਿੱਤ ਦੇ ਵਿੱਚ ਕੀ? ਸੱਚਾ। ਸੱਚਾ ਕੀ? ਮੈਂ ਕਿਹਾ ਸੀ ਹੁਣੇ, ਆਦ ਸੱਚ, ਜੋ ਸਥਿਰ ਰਹਿਣ ਵਾਲਾ ਪਰਮਾਤਮਾ ਵਸ ਜਾਵੇ, ਫਿਰ ਵਿਤੋ ਸੱਚਾ। ਵਿਤੋ ਤੋਂ ਹੋ ਗਿਆ ਧਨ। ਹੁਣ ਧਨ ਤੇ ਸਾਡੇ ਅੰਦਰ ਰਮਿਆ ਹੋਇਆ, ਧਨ ਦੇ ਲਈ ਤੇ ਅਸੀਂ ਪਏ ਹੋਏ ਮੰਜੇ ਤੇ ਵੀ ਫੁਰਨੇ ਸਾਡੇ ਅੰਦਰ ਫੁਰਦੇ ਰਹਿੰਦੇ ਨੇ। ਇੱਥੇ ਕਿਹਾ ਵਿਤੋ, ਕਿਹਾ ਸਤਿਗੁਰ ਸਿੱਖ ਕੋ, ਫਿਰ ਅੰਦਰੋਂ ਆਵਾਜ਼ ਆਵੇ ਮੇਰੇ ਮਾਲਕਾ, ਆਪਣੇ ਸਿੱਖ ਨੂੰ, ਆਪਣੇ ਵਿਦਿਆਰਥੀ ਸਖਿਆਰਥੀ ਨੂੰ ਕੀ ਦੇ? ਸਤਿਗੁਰ ਸਿੱਖ ਕੋ ਨਾਮ ਧਨ ਦੇ। ਫਿਰ ਕਿਹਾ ਗੁਰ ਕਾ ਸਿੱਖ ਵੱਡ ਭਾਗੀ ਹੈ। ਇਹ ਜਦੋਂ ਅਸੀਂ ਸੱਚੇ ਦੇ ਨਾਲ ਜੁੜਾਂਗੇ ਤੇ ਫਿਰ ਇਸ ਧਨ ਦੀ ਅਸੀਂ ਦਾਤ ਮੰਗਾਂਗੇ। ਫਿਰ ਸਾਨੂੰ ਰਸ ਆ ਜਾਵੇਗਾ। ਨਾਮ ਦੇ ਰਸ ਦੇ ਲਈ ਅਸੀਂ ਨਾਮ ਦਾ ਧਨ ਮੰਗਣਾ ਹੈ। ਤੇ ਰਸ ਕੀ ਹੈ? ਕਹੈ ਨਾਨਕ ਹੋਰ ਅਨ ਰਸ। ਹੋਰ ਅਨ ਰਸ ਤੋਂ ਕਿਹੜੇ? ਜਿਹੜੇ ਆਮ ਰਸ ਨੇ। ਹੁਣ ਜੇ ਅਸੀਂ ਇਸ ਸ਼ਬਦ ਨੂੰ ਲੈ ਲਈਏ ਨਾਲ, ਰਸ ਸੋਇਨਾ, ਰਸ ਰੂਪਾ, ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ, ਰਸ ਸੇਜਾ ਮੰਦਰ, ਰਸ ਮੀਠਾ, ਰਸ ਮਾਸ, ਕਿਆ ਇਤੇ ਰਸ ਸਰੀਰ ਕੇ ਕੈ ਘਟ ਨਾਮ ਨਿਵਾਸ। ਹੁਣ ਜੇ ਇਹਦੇ ਅਰਥ ਇਸ ਤਰ੍ਹਾਂ ਕਰੀਏ ਬਈ ਨਾ ਸਿੱਖ ਦੇ ਕੋਲ ਸੋਨਾ ਹੋਣਾ ਚਾਹੀਦਾ, ਨਾ ਚਾਂਦੀ ਹੋਣੀ ਚਾਹੀਦੀ ਹੈ, ਨਾ ਘਰ, ਨਾ ਕਾਰ, ਨਾ ਮਕਾਨ ਸੋਹਣਾ, ਨਹੀਂ, ਸਭ ਕੁਝ ਹੋਣਾ ਚਾਹੀਦਾ ਹੈ। ਸੋਨਾ ਵੀ ਹੋਵੇ, ਗਹਿਣੇ ਵੀ ਹੋਣ, ਚਾਂਦੀ ਵੀ ਹੋਵੇ, ਸੋਹਣਾ ਮਹਿਲ ਵੀ ਹੋਵੇ, ਘਰ ਵੀ ਹੋਵੇ, ਪਰਿਵਾਰ ਵੀ ਹੋਵੇ। ਪਰ ਗੱਲ ਇਹ ਹੈ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਮੋਤੀ ਤਾਂ ਮੰਦਰ ਉਸਰੈ। ਹੁਣ ਧਿਆਨ ਦਿਆ ਜੀ, ਜਿਹਦੀ ਅਰਥ ਅਸੀਂ ਇਸ ਤਰ੍ਹਾਂ ਕਰੀਏ ਵੀ ਇਹ ਰਸ ਨੇ, ਤੇ ਫਿਰ ਅਸੀਂ ਘਰ ਵਿੱਚੋਂ ਆਪਣੇ ਪਰਿਵਾਰ ਨੂੰ ਕੱਢ ਦਈਏ। ਸੋਨਾ ਹੋਵੇ ਪਰ ਉਹਦੇ ਨਾਲ ਪਕੜ ਨਾ ਹੋਵੇ, ਕਾਰ ਹੋਵੇ ਪਰ ਉਹਦੇ ਨਾਲ ਪਕੜ ਨਾ ਹੋਵੇ, ਮਹਿਲ ਸੋਹਣਾ ਹੋਵੇ ਪਰ ਉਹਨੂੰ ਵੇਖ ਕੇ ਰੱਬ ਨਾ ਭੁੱਲੇ। ਹਰ ਵਸਤੂ ਚਾਹੀਦੀ ਹੈ ਸਿੱਖ ਦੇ ਕੋਲ, ਉਹਨੂੰ ਵੇਖ ਕੇ ਰੱਬ ਨਾ ਭੁੱਲੇ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ, ਲੀ ਪਿਆਵੈ ਚਾਓ, ਕਿਆ ਮਤ ਦੇਖ ਭੁੱਲਾਂ। ਮੇਰੇ ਮਾਲਕਾ, ਜੇ ਸੋਹਣਾ ਘਰ, ਮਹਿਲ, ਪਰਿਵਾਰ, ਘਰ ਬਾਹਰ ਹੋਵੇ ਤੇ ਇਹਨਾਂ ਵਸਤੂਆਂ ਨੂੰ ਵੇਖ ਕੇ ਕਿਤੇ ਮੈਂ ਤੇਰਾ ਨਾਂ ਨਾ ਭੁੱਲ ਜਾਵਾਂ। ਮਤ ਦੇਖ ਭੁੱਲਾ ਵਿਸਰੈ, ਕਿਆ ਤੇਰਾ ਚਿੱਤ ਨਾ ਆਵੈ ਨਾਉ। ਜੇ ਤੇਰਾ ਚਿੱਤ ਵਿੱਚ ਮੇਰੇ ਨਾਂ ਨਾ ਯਾਦ ਰਿਹਾ, ਤੇਰੀ ਜੇ ਮੈਨੂੰ ਯਾਦ ਭੁੱਲ ਗਈ ਤੇ ਫਿਰ ਕਿਆ
ਹਰ ਬਿਨ ਮੇਰੇ ਮਾਲਕਾ, ਇਹ ਮੇਰੀ ਪਰਮਾਤਮਾ ਤੇਰੇ ਤੋਂ ਬਿਨਾ ਹਰ ਬਿਨ ਜਿਉ ਜਲ ਬਲ ਜਾਉ। ਮੇਰੇ ਮਾਲਕਾ ਫਿਰ ਮੈਂ ਤੇਰੀ ਯਾਦ ਤੋਂ ਬਿਨਾ ਮੈਂ ਸੜ ਬਲ ਜਾਣਾ। ਦੇ ਜਿਨ੍ਹਾਂ ਦੇ ਅੰਦਰ ਪਰਮਾਤਮਾ ਦੀ ਯਾਦ ਨਹੀਂ, ਭਾਵੇਂ ਏਸੀ ਵਾਲਾ ਘਰ ਹੋਵੇ, ਕਾਰ ਹੋਵੇ, ਭਾਵੇਂ ਜਿੰਨੀ ਮਰਜ਼ੀ ਠੰਡ ਪੈਂਦੀ ਹੋਵੇ, ਉਹ ਮਾਘ ਦੀਆਂ ਰਾਤਾਂ ਹੋਣ, ਉਹ ਫਿਰ ਵੀ ਤੜਫਦਾ ਰਹਿੰਦਾ ਹੈ। ਮੇਰੇ ਮਾਲਕ ਜੀ ਕਹਿੰਦੇ ਨੇ, ਚੰਦਨ ਚੰਦ ਨਾ ਸਰਦ ਰੁੱਤ, ਮੋਲ ਨਾ ਮਿਟੀ ਘਾਮ, ਸੀਤਲ ਥੀਵੈ ਨਾਨਕਾ, ਜਪੰਦੜੋ ਹਰ ਨਾਮ। ਕੀ ਠੰਡ ਮਨ ਨੂੰ ਕਿੱਥੋਂ ਮਿਲ ਸਕਦੀ ਹੈ? ਤਨ ਲਈ ਤੇ ਅਸੀਂ ਬੜੇ ਇੰਤਜ਼ਾਮ ਕੀਤੇ ਨੇ, ਪਰ ਮਨ ਦੇ ਸਕੂਨ ਲਈ ਮਨ ਨੂੰ ਠੰਡਕ ਕਿੱਥੋਂ ਮਿਲੇਗੀ? ਜਪੰਦੜੋ ਹਰ ਨਾਮ। ਵਾਹਿਗੁਰੂ ਦਾ ਨਾਮ ਜਦੋਂ ਚਿੱਤ ਦੇ ਵਿੱਚ ਚੇਤਾ ਰਹੇਗਾ, ਜਦੋਂ ਉਸ ਵਾਹਿਗੁਰੂ ਦੀ ਯਾਦ ਸਾਡੇ ਅੰਦਰ ਬਣੀ ਰਹੇਗੀ, ਫਿਰ ਸਾਡੇ ਮਨ ਨੂੰ ਠੰਡ ਮਿਲੇਗੀ। ਨਹੀਂ ਤਾਂ ਸਾਡੀ ਹਾਲਤ ਐਵੇਂ ਜੀ ਬਣੀ ਰਹੇਗੀ, ਬਿਨ ਮਛਲੀ ਬਿਨ ਪਾਣੀਐ ਕਿਉਂ ਜੀਵਨ ਪਾਵੈ, ਬੂੰਦ ਵਿਹੂਣਾ ਚਾਤਰ ਕੋ। ਬੂੰਦ, ਜੇ ਪਪੀਹੇ ਨੂੰ ਨਾ ਪਾਣੀ ਮਿਲੇ, ਉਹ ਪਿਆਸ ਨਾਲ ਉਹਦੀ ਜਾਨ ਨਿਕਲ ਜਾਂਦੀ ਹੈ। ਬੂੰਦ ਵਿਹੂਣਾ ਚਾਤਰ ਕੋ ਨਹਿ ਤ੍ਰਿਪਤ ਪਾਵੈ, ਨਾਦ ਪੁਰੰਕਹਿ ਬੇਦਿਆ ਸਨਮੁਖ ਉਠ ਧਾਵੈ, ਭਵਰ ਲੋਭੀ ਕੁਸਮ ਬਾਸ ਕਾ ਮਿਲ ਆਪ ਮਧਾਵੈ, ਕਿਆ ਤਿਉ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ਼ ਅਗਾਵੈ। ਐਵੇਂ ਰੱਬ ਦੇ ਪਿਆਰਿਆਂ ਦੀ ਪ੍ਰੀਤ ਰੱਬ ਦੇ ਨਾਲ ਹੈ ਜਿਵੇਂ ਪਾਣੀ ਦੀ ਤੇ ਮੱਛੀ ਦੀ। ਪਰ ਧਿਆਨ ਦਿਆ ਜੇ, ਮੱਛੀ ਤੇ ਪਾਣੀ ਨਾਲ ਪਿਆਰ ਕਰਦੀ ਹੈ, ਪਰ ਪਾਣੀ ਮੱਛੀ ਨਾਲ ਕੋਈ ਨਹੀਂ ਕਰਦਾ। ਚਕੋਰ ਤੇ ਚੰਦ ਦੇ ਨਾਲ ਪਿਆਰ ਕਰਦੀ ਹੈ, ਪਰ ਚੰਦ ਚਕੋਰ ਦੇ ਨਾਲ ਨਹੀਂ ਉਹ ਜੇ ਕਰਦਾ। ਇੱਕ ਤਰਫਾ ਪਿਆਰ ਹੈ। ਹੁਣ ਆਪਾਂ ਕਹਿ ਦਈਏ ਵੀ ਮੱਛੀ ਦਾ ਹੀ ਉਦਾਹਰਣ ਗੁਰੂ ਸਾਹਿਬ ਜੀ ਦੇ ਵਿੱਚ ਕਿਉਂ ਦਿੱਤਾ ਗਿਆ? ਪਾਣੀ ਦੇ ਵਿੱਚ ਡੱਡੂ ਵੀ ਤੇ ਰਹਿੰਦਾ, ਕੱਛੂ ਕੁੰਮਾ ਵੀ ਰਹਿੰਦਾ, ਹੋਰ ਵੀ ਕਈ ਪ੍ਰਜਾਤੀਆਂ ਪਾਣੀ ਵਿੱਚ ਰਹਿੰਦੀਆਂ ਨੇ, ਪਰ ਡੱਡੂ ਪਾਣੀ ਵਿੱਚ ਵੀ ਰਹਿੰਦਾ ਤੇ ਬਾਹਰ ਵੀ ਫੁਦਕਦਾ ਫਿਰਦਾ, ਬਾਹਰ ਵੀ ਟੱਪਦਾ ਫਿਰਦਾ। ਕੱਛੂ ਕੁੰਮਾ ਪਾਣੀ ਵਿੱਚ ਵੀ ਰਹਿੰਦਾ ਏ ਤੇ ਬਾਹਰ ਰੇਤੇ ਤੇ ਰੇਤੇ ਤੇ ਵੀ ਤੁਰਿਆ ਫਿਰਦਾ ਏ। ਗੁਰੂ ਪਿਆਰਿਓ, ਇਸ ਕਰਕੇ ਇਹ ਮੱਛੀ ਦਾ ਉਦਾਹਰਣ ਤਾਂ ਦਿੱਤਾ ਕਿ ਮੱਛੀ ਪਾਣੀ ਤੋਂ ਬਿਨਾਂ ਜੀ ਨਹੀਂ ਸਕਦੀ। ਉਹ ਸਿੱਖ ਗੁਰੂ ਦੀ ਬਾਣੀ ਤੋਂ ਬਿਨਾਂ ਜੀ ਨਹੀਂ ਸਕਦਾ। ਜਿਵੇਂ ਮੱਛੀ ਪਾਣੀ ਤੋਂ ਬਿਨਾਂ ਤੜਫ ਤੜਫ ਕੇ ਮਰ ਜਾਂਦੀ ਹੈ, ਗੁਰੂ ਦਾ ਜਿਹੜਾ ਸਿੱਖ ਹੈ, ਜਦੋਂ ਉਹਨੂੰ ਬਾਣੀ ਨਾ ਪੜੇ, ਅੰਮ੍ਰਿਤ ਵੇਲੇ ਜਾਗੇ ਨਾ, ਗੁਰੂ ਸ਼ਬਦ ਨਾਲ ਜੁੜੇ ਨਾ, ਉਹਦੇ ਅੰਦਰ ਵੀ ਤੜਫਣਾ ਸ਼ੁਰੂ ਹੋ ਜਾਂਦੀ ਹੈ। ਜੇ ਅਸੀਂ ਤੜਫ ਰਹੇ ਹਾਂ, ਸਾਨੂੰ ਸਮਝ ਲੈਣਾ ਚਾਹੀਦਾ ਹੈ। ਕਿਸੇ ਨੇ ਕਿਹਾ ਸਿੱਖਾਂ ਨੂੰ ਮਾਰਨਾ ਬੜਾ ਔਖਾ ਹੈ, ਕਹੇ ਬਹੁਤ ਸੌਖਾ ਹੈ, ਇਹਨਾਂ ਨੂੰ ਬਾਣੀ ਤੇ ਬਾਣੇ ਨਾਲੋਂ ਤੋੜ ਦਿਓ। ਜਦੋਂ ਇਹ ਬਾਣੀ ਤੇ ਬਾਣੇ ਨਾਲੋਂ ਟੁੱਟ ਜਾਣਗੇ, ਇਹਨਾਂ ਨੂੰ ਮਾਰਨ ਦੀ ਲੋੜ ਨਹੀਂ, ਆਪਣੇ ਆਪ ਮਰ ਜਾਣਗੇ। ਮੱਛੀ ਨੂੰ ਮਾਰਨਾ ਹੋਵੇ ਤੇ ਪਾਣੀ ਵਿੱਚੋਂ ਬਾਹਰ ਕੱਢ ਦਿਓ, ਸਿੱਖ ਨੂੰ ਕੋਈ ਮਾਰ ਨਹੀਂ ਸਕਦਾ। ਸ਼ਸਤਰ ਇਹਨਾਂ ਨੂੰ ਕੱਟ ਵੱਢ ਨਹੀਂ ਸਕਦੇ, ਪਰ ਇੱਕ ਹੈ, ਜਦੋਂ ਬਾਣੀ ਤੇ ਬਾਣੇ ਨਾਲ ਟੁੱਟ ਜਾਣਗੇ ਫਿਰ ਮਰ ਜਾਏਗਾ ਜਿਹੜਾ ਸਿੱਖ। ਜਦੋਂ ਅਸੀਂ ਪਾਣੀ ਦੇ ਨਾਲ ਮੱਛੀ ਦੀ ਗੱਲ ਕਰਦੇ ਹਾਂ, ਚੰਦ ਤੇ ਚਕੋਰ ਦੀ ਗੱਲ ਕੀਤੀ, ਮੈਂ ਕਹਿੰਦਾ ਇੱਕ ਤਰਫਾ ਪਿਆਰ ਹੈ। ਤੇ ਜੇ ਭਾਈ ਗੁਰਦਾਸ ਜੀ ਨੂੰ ਪੜ੍ਹ ਕੇ ਵੇਖੋ, ਭਾਈ ਗੁਰਦਾਸ ਜੀ ਕਹਿੰਦੇ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਜੇ ਪਾਣੀ ਦੁੱਧ ਦੀ ਸ਼ਰਨ ਦੇ ਵਿੱਚ ਆ ਜਾਵੇ ਤੇ ਫਿਰ ਦੁੱਧ ਕੀ ਕਰਦਾ ਹੈ? ਦੁੱਧ ਕਰਦਾ ਕੀ? ਇਹ ਆਪਣਾ ਹੀ ਰੂਪ ਦੇ ਦਿੰਦਾ ਉਹਨੂੰ। ਪਾਣੀ ਜਿਹੜਾ ਦੁੱਧ ਦੇ ਵਿੱਚ ਪਾ ਦਿੱਤਾ ਜਾਵੇ ਤੇ ਦੁੱਧ ਆਪਣਾ ਰੂਪ ਦੇ ਦਿੰਦਾ ਏ। ਪਰ ਜਦੋਂ ਗੁਰੂ ਦੇ ਸਿੱਖਾਂ ਤੋਂ ਗੁਰੂ ਦੀ ਬਾਣੀ ਪੜ੍ਹੇਗਾ, ਬਾਣੇ ਨਾਲ ਜੁੜੇਗਾ, ਤੇ ਗੁਰੂ ਤੈਨੂੰ ਆਪਣਾ ਰੂਪ ਦੇ ਦੇਗਾ। ਕੀ ਕਵੇਗਾ? ਖਾਲਸਾ, ਕਿਆ ਮੇਰਾ ਅਸਲ ਰੂਪ ਹੈ ਮੇਰਾ ਖਾਲਸਾ। ਆਪਣਾ ਰੂਪ ਦੇ ਦਿੱਤਾ, ਆਪਣਾ ਸਰੂਪ ਦੇ ਦਿੱਤਾ। ਮੇਰੇ ਮਾਲਕ ਨੇ ਤੇ ਕੁਝ ਆਪਣੇ ਕੋਲ ਰੱਖਿਆ ਹੀ ਨਹੀਂ। ਜਦੋਂ ਚਮਕੌਰ ਦੀ ਗੜੀ ਨੂੰ ਛੱਡਿਆ, ਉਹ ਘੋੜਾ, ਉਹ ਪੈਰਾਂ ਦਾ ਜੋੜਾ ਵੀ ਲਾਹ ਦਿੱਤਾ, ਸਿਰ ਤੇ ਜਿਹੜਾ ਤਾਜ ਸੀ, ਬਾਜ ਸੀ, ਸਾਰਾ ਕੁਝ ਖਾਲਸੇ ਦੇ ਸਮਰਪਿਤ ਕਰ ਦਿੱਤਾ, ਖਾਲਸੇ ਨੂੰ ਦੇ ਦਿੱਤਾ, ਸਿੱਖ ਨੂੰ ਦੇ ਦਿੱਤਾ। ਤੇ ਗੁਰੂ ਪਿਆਰਿਓ, ਅਸੀਂ ਬਾਣੀ ਤੇ ਬਾਣੇ ਦੇ ਨਾਲ ਜੁੜਨਾ ਹੈ। ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਅਸੀਂ ਆਏ ਹਾਂ। ਗੁਰੂ ਸਾਹਿਬ ਜੀ ਕਹਿੰਦੇ ਨੇ, ਸਾਚਾ ਰਸ ਚਾਖਿਆ। ਰਸ ਕਿਹੜਾ? ਕਹੇ ਨਾਨਕ, ਹੋਰ ਅਨ ਰਸ ਸਭ ਵਿਸਰੈ, ਜਾਂ ਹਰ ਵਸੈ ਮਨ ਆਏ।
इत्थे तन दी नहीं गल कीती। जदों नाम दा रस आ जाए फिर ਇਹ रसां तो उपरामता होनी शुरू हो जाती है। ਤੇ ਜਦੋਂ ਪਰਾਮਤਾ ਸ਼ੁਰੂ ਹੋਵੇ ਮੇਰੇ ਸਾਹਿਬ ਜੀ ਕਹਿੰਦੇ ਨੇ ਸਾਚਾ ਹੈ ਘਰ, ਘਰ ਭਾਵ ਇੱਥੇ ਜਿਹਦੇ ਵਿੱਚ ਆਪਾਂ ਸੋਨੇ ਆ ਉਹ ਘਰ ਦੀ ਹਿਰਦੇ ਰੂਪੀ ਘਰ ਦੀ ਗੱਲ ਕੀਤੀ। ਜਦੋਂ ਹਿਰਦੇ ਰੂਪੀ ਘਰ ਦੇ ਵਿੱਚ ਉਹ ਗੁਰੂ ਦੇ ਸ਼ਬਦ ਦਾ ਨਿਵਾਸ ਹੋ ਜਾਏ, ਪਰ ਹੁੰਦਾ ਕਿਵੇਂ? ਗੁਰ ਬਚਨ, ਗੁਰੂ ਦੇ ਬਚਨਾਂ ਰਾਹੀਂ। ਗੁਰੂ ਦੇ ਬਚਨ ਕੀ ਨੇ? ਗੁਰੂ ਦਾ ਉਪਦੇਸ਼, ਗੁਰੂ ਦੀ ਸਿੱਖਿਆ। ਮਨ ਮੁਖ ਕੋ ਆਲਸ ਖਣੋ, ਤੇ ਜਿਹੜਾ ਮਨ ਨੂੰ ਮੁੱਖ ਰੱਖਦਾ ਹੈ, ਜਿਹੜਾ ਮਨ ਮਗਰ ਤੁਰਦਾ ਹੈ ਉਹ ਤੇ ਆਲਸੀ ਹੋ ਜਾਂਦਾ। ਮਨ ਤੇ ਕਹਿੰਦਾ ਨਹੀਂ ਅੰਮ੍ਰਿਤ ਵੇਲੇ ਉੱਠੋ, ਤੇ ਕਹਿੰਦਾ 9 ਵਜੇ ਉੱਠਾਂਗੇ ਜਦੋਂ ਧੁੱਪ ਦੀਆਂ ਕਿਰਨਾਂ ਲੱਗਣਗੀਆਂ। ਮਨ ਕਦੇ ਕਹਿੰਦਾ ਵੀ 9 ਸਵੇਰੇ ਪਹਿਰ ਰਾਤ ਰਹਿੰਦਿਆਂ ਉੱਠ ਜਾ, ਨਹੀਂ ਕਹਿੰਦਾ ਮਨ। ਮਨ ਮੁਖ ਕੋ ਆਲਸ ਘਣੋ, ਜਿਹੜਾ ਮਨ ਮਗਰ ਲੱਗੇਗਾ ਮੇਰੇ ਸਾਹਿਬ ਜੀ ਕਹਿੰਦੇ ਨੇ ਉਹ ਘਣੋ, ਘਣੋ ਤੋਂ ਭਾਵ ਹੈ ਬਹੁਤ ਆਲਸੀ ਬਣ ਜਾਏਗਾ। ਤੇ ਜਿਹੜਾ ਆਲਸੀ ਬਣ ਗਿਆ ਉਹ ਕੁਝ ਨਹੀਂ ਕਰ ਪਾਉਂਦਾ, ਕੁਝ ਉਸੀ ਪ੍ਰਾਪਤ ਨਹੀਂ ਕਰ ਪੈਂਦਾ। ਮਨ ਮੁਖ ਕੋ ਆਲਸ ਘਣੋ ਫਾਥੇ ਉਜਾੜੀ, ਜਿਵੇਂ ਸੁੰਜ ਥਾਂ ਤੇ ਕੋਈ ਫਸਿਆ ਹੋਵੇ, ਸੁੰਨੀ ਥਾਂ ਤੇ ਮੇਰੇ ਸਾਹਿਬ ਜੀ ਕਹਿੰਦੇ ਨੇ ਉਜਾੜ। ਇਹ ਮਨ ਫਿਰ ਉਜਾੜ ਰੂਪੀ, ਜਿਵੇਂ ਜੰਗਲ ਦੇ ਵਿੱਚ ਕੋਈ ਫਸਿਆ ਹੋਵੇ, ਇਸ ਕਾਇਆ ਵਿੱਚ ਫਸਿਆ ਰਹਿੰਦਾ ਹੈ, ਵਿਕਾਰਾਂ ਵਿੱਚ ਫਸਿਆ ਰਹਿੰਦਾ ਹੈ। ਮੇਰੇ ਸਾਹਿਬ ਜੀ ਕਹਿ ਰਹੇ ਨੇ ਫਾਥੈ ਚੁਗੈ ਨਿਤ ਚੋਗੜੀ। ਇਸ ਮਨ ਫਸਿਆ ਹੋਇਆ ਫਿਰ ਇਹ ਚੋਗ ਕਿਹੜੀ ਚੁਗਦਾ ਹੈ? ਮੈਂ ਇੱਕ ਨਿੱਕੀ ਜਿਹੀ ਗਾਥਾ ਸੁਣਾਵਾਂ। ਇੱਕ ਤੋਤੇ ਨੂੰ ਕਿਸੇ ਨੇ ਪੜ੍ਹਾ ਲਿਆ ਵੀ ਸ਼ਿਕਾਰੀ ਆਏਗਾ ਦਾਣਾ ਪਾਏਗਾ, ਜਾਲ ਵਿੱਚ ਫਸਣਾ ਨਹੀਂ। ਜਦੋਂ ਉਹਨੇ ਪੜ੍ਹਾਉਣ ਵਾਲੇ ਨੇ ਵੇਖਿਆ ਵੀ ਹੁਣ ਤੋਤਾ ਬੋਲੀ ਬੋਲਣ ਲੱਗ ਪਿਆ, ਉਹਨੂੰ ਸਮਝ ਤੇ ਹੈ ਨਹੀਂ ਸੀ, ਉਹਨੇ ਉਡਾ ਦਿੱਤਾ। ਉਹਦੇ ਨਾਲ ਜਿਹੜੇ ਹੋਰ ਤੋਤੇ ਸਨ ਉਹ ਵੀ ਉਹੀ ਬੋਲਣ ਲੱਗ ਪਏ, ਸ਼ਿਕਾਰੀ ਆਏਗਾ ਦਾਣਾ ਪਾਏਗਾ, ਜਾਲ ਵਿੱਚ ਫਸਣਾ ਨਹੀਂ। ਪਰ ਅੱਗੇ ਸ਼ਿਕਾਰੀ ਜਾਲ ਲੈ ਖਲੋਤਾ ਸੀ, ਉਹਨੇ ਦਾਣੇ ਪਾ ਦਿੱਤੇ। ਉਹਨੇ ਕਿਹਾ ਇਹ ਫਸਣੇ ਤੇ ਹੈ ਨਹੀਂ, ਚਲੋ ਦਾਣੇ ਪਾ ਦੇਣਾ। ਦਾਣੇ ਪਾਏ ਤੇ ਦਾਣੇ ਖਾ ਰਹੇ ਨੇ, ਕਹਿੰਦੇ ਸ਼ਿਕਾਰੀ ਆਏਗਾ ਦਾਣਾ ਪਾਏਗਾ, ਜਾਲ ਵਿੱਚ ਫਸਣਾ ਨਹੀਂ। ਉਹਨੇ ਜਾਲ ਵਿਛਾਈ ਤੇ ਜਾਲ ਵਿੱਚ ਸਾਰੇ ਹੀ ਫਸ ਗਏ, ਇੱਕ ਵੀ ਨਾ ਬਚਿਆ। ਤੇ ਉਹ ਫਿਰ ਵੀ ਕਹਿ ਰਹੇ ਸਨ ਸ਼ਿਕਾਰੀ ਆਏਗਾ ਦਾਣਾ ਪਾਏਗਾ, ਜਾਲ ਵਿੱਚ ਫਸਣਾ ਨਹੀਂ। ਮੇਰੇ ਸਤਿਗੁਰੂ ਜੀ ਕਹਿੰਦੇ ਨੇ ਮਨੁੱਖ ਦੀ ਵੀ ਇਹੋ ਹੀ ਹਾਲਤ ਹੈ। ਅਸੀਂ ਸਾਰੇ ਆਪਣੇ ਆਪ ਨੂੰ ਸਿੱਖ ਹੋਣ ਦੇ ਕਈ ਵਾਰੀ ਟੀਟਨੇ ਮਾਰਦੇ ਆ, ਪਰ ਸਾਡੀ ਅੰਦਰ ਦੀ ਹਾਲਤ ਇਹੀ ਬਣੀ ਹੋਈ ਹੈ ਕਿ ਸਤਿਗੁਰੂ ਜੀ ਜਿਵੇਂ ਕਹਿ ਰਹੇ ਨੇ ਫਾਥੇ ਚੁਗੈ ਨਿਤ ਚੋਗੜੀ। ਅਸੀਂ ਮੋਹ ਦੇ ਜਾਲ ਵਿੱਚ ਫਸੇ ਹਾਂ, ਉਹ ਤੇ ਉਸ ਜਾਲ ਵਿੱਚ ਫਸ ਗਏ ਨਾ। ਅਸੀਂ ਮੋਹ ਰੂਪੀ ਜਾਲ ਵਿੱਚ ਫਸ ਕੇ ਤੇ ਫਿਰ ਚੋਗ ਕਿਹੜੀ ਚੁਗ ਰਹੇ ਹਾਂ? ਵਿਕਾਰਾਂ ਦੀ। ਅਸੀਂ ਵਿਕਾਰਾਂ ਦੀ ਚੋਗ, ਸਾਡੇ ਅੱਗੇ ਵਿਕਾਰਾਂ ਦੀ ਚੋਗ ਪਈ ਹੋਈ ਹੈ, ਅਸੀਂ ਉਸ ਚੋਗੇ ਨੂੰ ਚੁਗੀ ਜਾ ਰਹੇ ਹਾਂ। ਫਾਥਾ ਚੁਗੈ ਨਿਤ ਚੋਗੜੀ, ਲੱਗ ਬੰਦ ਵਿਗਾੜੀ। ਅਸੀਂ ਆਪਣਾ ਮਨੁੱਖਾ ਜਨਮ ਇਹਨਾਂ ਬੰਧਨਾਂ ਦੇ ਵਿੱਚ ਪਾਏ ਕੇ, ਵਿਕਾਰਾਂ ਵਿੱਚ ਪੈ ਕੇ ਆਪਣਾ ਮਨੁੱਖਾ ਜਨਮ ਹੀ ਗਵਾ ਲਿਆ। ਗੁਰ ਪ੍ਰਸਾਦੀ ਮੁਕਤ ਹੋਏ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਜੇ ਕਿਤੇ ਗੁਰੂ ਦੀ ਹੋ ਜਾਏ ਕਿਰਪਾ, ਜੇ ਕਿਤੇ ਗੁਰੂ ਦੀ ਹੋ ਜਾਵੇ ਬਖਸ਼ਿਸ਼, ਤੇ ਫਿਰ ਤੂੰ ਸੁਤੰਤਰ ਹੋ ਜਾਏਗਾ। ਇਹ ਮੋਹ ਰੂਪੀ ਜਾਲ ਦੇ ਵਿੱਚੋਂ ਨਿਕਲ ਜਾਏਗਾ। ਸਾਚੇ ਨਿਜ ਤਾੜੀ। ਪਰ ਅੱਗੇ ਕੰਡੀਸ਼ਨ ਕੀ ਹੈ? ਤਾੜੀ ਤੋਂ ਭਾਵ ਹੈ ਜਦੋਂ ਤੇਰੀ ਸੁਰਤ ਲੱਗ ਜਾਏਗੀ, ਜਦੋਂ ਤੇਰਾ ਧਿਆਨ ਉਸ ਮਾਲਕ ਦੇ ਨਾਲ ਜੁੜ ਜਾਏਗਾ, ਫਿਰ ਤੂੰ ਵਿਕਾਰਾਂ ਦੇ ਵਿੱਚੋਂ, ਇਸ ਮੋਹ ਰੂਪੀ ਚਿੱਕੜ ਵਿੱਚੋਂ ਨਿਕਲ ਜਾਏਗਾ। ਅਨਹਦ ਲਾਲਾ ਬੇਦਿਆ। ਅਨਹਦ ਤੋਂ ਫਿਰ ਉਹੋ ਹੀ ਅਰਥ ਹੈ ਕਿ ਜਿਹੜਾ ਨਾਸ ਰਹਿਤ ਪਰਮਾਤਮਾ ਹੈ, ਅਬਨਾਸੀ ਜੀਵਨ ਕੋ ਦਾਤਾ। ਕਿਆ ਸਿਮਰਤ ਸਭ ਮਲਕ ਹੋਈ, ਗੁਣ ਨਿਧਾਨ ਭਗਤਨ ਕੋ ਬਰਤਨ ਬਿਰਲਾ ਪਾਵੇ ਕੋਈ। ਲਾਲਾ ਤੋਂ ਹੋ ਗਿਆ ਸੇਵਕ। ਅਨਹਤ, ਅਨਹਤ ਤੋਂ ਭਾਵ ਹੈ ਜਿਹੜਾ ਨਾਸ ਰਹਿਤ ਪਰਮਾਤਮਾ ਹੈ, ਉਹਦਾ ਮਨ ਸੇਵਕ ਦਾ ਉਹਦੇ ਵਿੱਚ ਜੁੜਿਆ ਰਹਿੰਦਾ ਹੈ, ਯਾਦ ਉਹਦੀ ਹਮੇਸ਼ਾ ਬਣੀ ਰਹਿੰਦੀ ਹੈ। ਤਨ ਦੇ ਨਾਲ ਸੇਵਾ ਕਰਦਾ ਹੈ ਤੇ ਮਨ ਦੇ ਨਾਲ ਉਸ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦਾ ਹੈ। ਪ੍ਰਭ ਅੱਗੇ ਆਇਆ ਹੇਤ। ਹੇਤ ਕਿਹਨੂੰ ਕਹਿੰਦੇ ਨੇ? ਪਿਆਰ। ਹੇਤ ਉਸ ਦੇ ਨਾਲ ਤਾਂ ਪੈਂਦਾ ਹੈ ਜਦੋਂ ਪਰੋਏ ਮੈਂ ਕਰੀਏ। ਜਿੱਥੇ ਮੈਂ ਹੀ ਹੋਵੇ ਉੱਥੇ ਪ੍ਰੇਮ ਨਹੀਂ। ਮੇਰੇ ਸਾਹਿਬ ਜੀ ਕਹਿੰਦੇ ਨੇ ਸਾਚ ਕਹੋ ਸੁਣ ਲਿਓ ਸਭ ਹੈ। ਸਾਰੇ ਸੁਣੋ, ਇੱਕ ਦੋਆਂ ਦੀ ਗੱਲ ਨਹੀਂ,
साच कहो मैं सच कहना सुन लिहो सब है, क्या जिन प्रेम कियो। जिन्हां ने प्रेम कीता है, प्रेम दे अर्थ करिए एवें परे मैं, ते जदों मैं नूं परे करांगे ना उदों प्रेम बनेगा। जिथे मैं है उथे प्रेम नहीं। मैं नूं परां कर दे, मैं अपने अंदरों कढ दे, उथे प्रेम आपे ही आ जाएगा। क्या साच कहो सुन लिहो सब है, जिन प्रेम कियो तिन ही प्रभ पायो। जिन्हें प्रेम कीता परे मैं कीती, उन्हें रब नूं पा लिया। प्रभ हेत प्यारी बिन साचे जियो जल बलों। पर परे मैं तां ही होवेगी जदों अंदरों अरदास निकलेगी, मेरे मालिक जी तेरे तो बिना मेरी जिंदड़ी सड़न बन लग पैंदी है। तेरी याद तो बिना मैं मछी वांग तड़फण लग पैना जल बलों। क्यों कि झूठे बेकारी आ जेड़े झूठ है, आ जेड़े बेकार ने, आ जेड़े ऐब ने, ये मैनू भटकाउंदे ने, दर दर दियां ठोकरां खवाउंदे ने। फिर मेरा मन काबू विच नहीं रहिंदा, क्योंकि असीं कदी गुरु नूं आके किहा ही नहीं। अरदास विच रोज रह रास विच आपां पाठ सुणदे हां, कदी अरदास विच ये शब्द किया करिए ना हों। हों तो भाव हो गया मैं, मेरे मालिक जी मैं कोई जति नहीं हाँ। जति सदावें जुगत न जाने। जति तो भाव है यत करना, जत तो भाव है जतन करना कि नेत्रां नूं काबू कर लेना। नेत्रां दे नाल पराया तन नहीं वेखना। पराया धन वेख के नहीं सड़ना, असीं पराया तन वेख के सड़दे हां, पराया धन वेख के सड़दे हां। जतन तो जति तो भाव है कन्नां नाल माड़े बोल नहीं सुनने, हत्थां नाल माड़ा नहीं करना। मेरे साहब जी कहते जति सदावें जुगत ना जाने। तेनों जति की परिभाषा का ही अजे तक पता नहीं। क्या जुगत न जाने छड़ बह घर बार। घर नूं छड़ता, परिवार नूं छड़ता, संसार नूं छड़ दिता। फिर ओही हालत ग्रह तज बन खंड जाइए, चुन खाइए कंडा कंदा। अजो बेकार न छोड़ई पापी मन मंदा। मेरे मन पापी ने अजे विकारां नूं छड्डिया नहीं, घर छड़ दिता, परिवार छड़ दिता। पर गुरु साहब जी कहते हैं ना घर छड्डण की लोड़ है, ना परिवार छड्डण की लोड़ है। संसार के सारे सुख मान, हर वस्तु भोग, पर तेरी याद उस परमेश्वर दे नाल जुड़ी रहे। चित तेरा उस वाहिगुरु दे नाल जुड़िया रहे। बिन साचे जियो जल बलों। अंदों तड़फ ये लगी रहे मेरे मालिक जी तेरे याद तो बिना मेरे अंदर अग लग जाती है। विकारां दे भांबड़ बन लग पैंदे ने। बाद कारा सब छोड़ियां। कारा तो हो गया कार, कार्य मीनस काम जिहड़ा सी कार करदे हां सो किरत। मेरे साहब जी कहंदे ने सेवक आखदा मेरे मालिक जी मैं जिहड़ियां हुण धर्म दे नां ते कर्म कांड सन वो मैं काम छड्ड दित्ते ने। हुण माड़ी किरत करनी छड्ड दित्ती है। कारां सब छोड़ियां साची तर तारी। तर तारी तो भाव हो गया, तर तो हो गया बेड़ी। मेरे मालिक जी हुण एक परमात्मा का नाम है जिहड़ा मेरे लिए एक बेड़ा है। रोज ही पढ़दे हां वाह गुरु नाम जहाज है, चढ़े सो उतरे पार। पर जेड़ा उस बेड़े ते चढ़ेगा, नाम दे बेड़े ते जहाज ते चढ़ेगा, पार ते ही होएगा। जेड़ा बेड़ी ते बहेगा नहीं, भावें दरिया के किनारे किनारे तुरिया फिरे। बेड़ियां बहुत ने पार लंघाउण लई, पर बेड़ी ते चढ़िया नहीं, बेड़ी ते सवार नहीं होया ते किनारे ते तुरिया फिरेगा, फिर वो पार नहीं हो सकेगा। जिन्नी नाम विसारिया। विसारिया विसारिया तो भाव जिन्हां ने परमात्मा नूं अपनी याद दे विचों भुला दिता है, जिन्हां ने उस मालिक नूं चित चेते विचों कढ़ दिता है। रोज ही पढ़दे जिनी नाम ध्याया गए मशक्कत घाल नानक। क्या ते तो भाव उन्हां दे मुख उज्जल हो जाते ने, वो घर गुरु घर दे विच परवाने जाते ने। ते जिन्हां ने अपने अंदर उस परमात्मा की याद ही विसार दी, जिन्हें उसनूं चित विच चेता ही नहीं रखिया, उस मालिक नूं भुलाया ते उस मालिक दीयां दातां दे नाल चित लाया है। दात प्यारी पढ़दे आ ना रोज, विसरिया दातार। दाता देण वाला दाता विसार दिता, भुला दिता।
ਦਾਤੇ ਦੀਆਂ ਦਾਤਾਂ ਚੰਗੀਆਂ ਲੱਗਣ ਲੱਗ ਪਈਆਂ। ਦਾਤ ਪਿਆਰੀ ਵਿਸਰਿਆ ਦਾਤਾਰ, ਮੇਰੇ ਸਾਹਿਬ ਜੀ ਕਹਿੰਦੇ ਨੇ ਜਿਨੀ ਨਾਮ ਵਿਸਾਰਿਆ, ਜਿਨ੍ਹਾਂ ਨੇ ਉਸ ਵਾਹਿਗੁਰੂ ਨੂੰ ਭੁਲਾ ਦਿੱਤਾ, ਤੇ ਨਾ ਠੌਰ ਨਾ ਠਾਓ। ਠੌਰ, ਉਹਨਾਂ ਨੂੰ ਕਿਧਰੇ ਵੀ ਥਾਂ ਠਿਕਾਣਾ ਨਹੀਂ ਮਿਲੇਗਾ, ਉਹਨਾਂ ਨੂੰ ਉਸ ਮਾਲਕ ਦੇ ਘਰ ਵਿੱਚ ਥਾਂ ਨਹੀਂ ਮਿਲੇਗੀ। ਖੋਟੇ ਸੱਟੀਏ ਬਾਰ-ਬਾਰ, ਤੇ ਜੇ ਖੋਟਾ ਕੋਈ ਪੈਸਾ ਹੋਵੇ ਉਹਨੂੰ ਆਪਣੇ ਪਰਸ ਵਿੱਚ ਨਹੀਂ ਪਾਉਂਦਾ, ਸੰਭਾਲਦਾ ਨਹੀਂ, ਤੇ ਜਿਹੜੇ ਖੋਟੇ ਨੇ ਉਹਨਾਂ ਨੂੰ ਬਾਰ-ਬਾਰ ਕਿੱਥੇ ਸੁੱਟ ਦੇਣਗੇ। ਕਈ ਜਨਮ ਭਏ ਕੀਟ ਪਤੰਗਾ ਵਾਲੀ ਥਾਂ ਤੇ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ। ਕਿਆ ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ। ਚਿਰੰਕਾਲ ਤੋਂ ਬੜੇ ਸਮੇਂ ਬਾਅਦ ਇਹ ਦੇਹੀ ਮਿਲੀ ਹੈ, ਮਨੁੱਖਾ ਜਨਮ ਮਿਲਿਆ ਇਹ ਦੇਹੀ ਹੁਣ ਫਿਰ ਐਵੇਂ ਗਵਾ ਨਾ ਰਹੀ। ਰੋਜ਼ ਪੜ੍ਹਦੇ ਤੇ ਆਪਾਂ ਹਾਂ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ। ਇੱਥੇ ਹੋਰ ਕਿਸੇ ਨੂੰ ਨਹੀਂ ਕਿਹਾ, ਆਪਣੇ ਮਨ ਨੂੰ ਆਵਾਜ਼ ਮਾਰੀ, ਇਹ ਤੇਰੀ ਵਾਰੀ ਹੈ ਮਨੁੱਖਾ ਜਨਮ ਦੀ, ਉਸ ਮਾਲਕ ਨਾਲ ਮਿਲਣ ਦੀ। ਪਰ ਇੱਥੇ ਸਾਹਿਬ ਜੀ ਤੁਕਾਂ ਵਿੱਚ ਕਹਿੰਦੇ ਨੇ ਜਿਨੀ ਨਾਮ ਵਿਸਾਰਿਆ, ਤਿਨਾ ਠੌਰ ਨਾ ਠਾਓ। ਉਹਨਾਂ ਨੂੰ ਕੋਈ ਗੁਰੂ ਘਰ ਵਿੱਚ ਥਾਂ ਟਿਕਾਣਾ ਉਹਨਾਂ ਵਾਸਤੇ ਨਹੀਂ, ਜਿਨ੍ਹਾਂ ਨੇ ਉਸ ਮਾਲਕ ਨੂੰ ਭੁਲਾਇਆ। ਲਾਲੈ ਲਾਲਚ ਤਿਆਗਿਆ, ਲਾਲੈ ਤੋਂ ਭਾਵ ਹੋ ਗਿਆ ਸੇਵਕ। ਜਿਹੜਾ ਸੇਵਕ ਹੈ ਉਹ ਲਾਲਚ ਛੱਡ ਦਿੰਦਾ, ਤਿਆਗ ਦਿੰਦਾ। ਕਿਉਂਕਿ ਮੇਰੇ ਸਾਹਿਬ ਜੀ ਕਹਿੰਦੇ ਨੇ ਲਾਲਚ ਵਿੱਚ ਲੱਗ ਕੇ ਮਨੁੱਖਾ ਜਨਮ ਮਨੁੱਖ ਭੁੱਲ ਜਾਂਦਾ। ਲਾਲਚ ਲਾਗੇ ਜਨਮ ਗਵਾਇਆ, ਮਾਇਆ ਭਰਮ ਭੁਲਾਏਗਾ। ਕਿਆ ਧਨ ਜੋਬਨ ਕਾ ਗਰਭ ਨਾ ਕੀਜੈ, ਕਾਗਜ਼ ਜਿਉਂ ਗਲ ਜਾਏਗਾ। ਇਹ ਕਾਗਜ਼ ਵਾਂਗ ਹੈ ਤੇਰਾ ਸਰੀਰ, ਬੁਲਬਲੇ ਵਰਗਾ ਤੇਰਾ ਸਰੀਰ ਹੈ। ਜਿਵੇਂ ਪਾਣੀ ਦੇ ਮੀਂਹ ਬਰਸਾਤ ਪਵੇ ਤੇ ਬੁਲਬਲੇ ਬੜੇ ਬਣ ਜਾਂਦੇ ਨੇ, ਜੈਸੇ ਜਲ ਤੇ ਕਿਆ ਬੁੱਧ ਬੁਧਾ ਉਪਜੈ, ਬਿਨਸੈ ਨੀਤ ਜਗ ਰਚਨਾ, ਤੈਸੇ ਰਚੀ ਕਹੋ ਨਾਨਕ ਸੁਣ ਮੀਤ। ਕਿੰਨੇ ਪਿਆਰ ਨਾਲ ਕਹਿੰਦੇ ਮੇਰੇ ਨਾਨਕ ਗੁਰੂ ਸਾਹਿਬ ਜੀ ਕਹਿੰਦੇ ਮੇਰੇ ਮਿੱਤਰ ਪਿਆਰੇ ਸੁਣ, ਇਹ ਜਿਵੇਂ ਪਾਣੀ ਦਾ ਬੁਲਬਲਾ ਹੈ, ਇਹ ਸਰੀਰ ਤੇਰਾ ਐਵੇਂ ਹੈ। ਤੇ ਜਿਨ੍ਹਾਂ ਨੂੰ ਇਹ ਚਾਨਣਾ ਹੋ ਜਾਂਦਾ, ਰੋਸ਼ਨੀ ਹੋ ਜਾਂਦੀ, ਪ੍ਰਕਾਸ਼ ਹੋ ਜਾਂਦਾ ਏ, ਉਹ ਫਿਰ ਲਾਲਚ ਛੱਡ ਦਿੰਦੇ ਨੇ। ਲਾਲੈ ਲਾਲਚ ਤਿਆਗਿਆ, ਤੇ ਜਦੋਂ ਲਾਲਚ ਛੱਡ ਦਿੱਤਾ ਪਾਇਆ ਹਰਿ ਨਾਉ, ਉਦੋਂ ਫਿਰ ਕੀ ਹਰ ਵਾਹਿਗੁਰੂ ਨਾਉ ਪਰਮਾਤਮਾ ਦਾ ਨਾਮ ਉਹਨਾਂ ਦੇ ਅੰਦਰ ਰਮ ਜਾਂਦਾ ਹੈ। ਫਿਰ ਉਹਨਾਂ ਦੀ ਅੰਦਰ ਯਾਦ ਸਦਾ ਚਲਦੀ ਰਹਿੰਦੀ ਹੈ। ਉਹ ਕਹਿੰਦੇ ਨੇ ਵਿਸਰ ਨਾਹੀ ਦਾਤਾਰ, ਉਹ ਤੇ ਰੋਜ਼ ਕਹਿੰਦੇ ਨੇ ਮੇਰੇ ਦਾਤਿਆ ਹੁਣ ਮੇਰੇ ਅੰਦਰੋਂ ਵਿਸਰੇ ਨਾ, ਮੇਰੇ ਅੰਦਰ ਤੇਰੀ ਯਾਦ ਬਣੀ ਰਹੇ। ਤੋਰੀ ਨਾ ਟੁੱਟੈ ਸ਼ੋਰੀ ਨਾ ਛੁੱਟੈ, ਐਸੀ ਮਾਧੋ ਖਿੰਚ ਤਣੀ। ਮਾਧੋ ਤੋਂ ਭਾਵ ਮਾਇਆ ਦੇ ਪਤੀ ਪ੍ਰਮਾਤਮਾ, ਤੇਰੇ ਤੇ ਮੇਰੇ ਵਿੱਚ ਇਹੋ ਜੀ ਖਿੱਚ ਬਣੀ ਰਵੇ, ਜੇ ਕੋਈ ਤੁੜਾਵੇ ਤਾਂ ਨਾ ਟੁੱਟੇ, ਜੇ ਕੋਈ ਛਡਾਵੇ ਤੇ ਉਹ ਗੰਢ ਇਹੋ ਜੀ ਪੀੜੀ ਪੈ ਜਾਵੇ, ਖੁੱਲੇ ਹੀ ਨਾ। ਲਾਲੈ ਲਾਲਚ ਤਿਆਗਿਆ ਪਾਇਆ ਹਰ ਨਾਉ, ਕਿਆ ਤੂੰ ਬਖਸ਼ ਹੈ ਤਾਂ ਮੇਲ ਲਹੈ। ਜੇ ਕਿਤੇ ਤੇਰੀ ਅੰਮ੍ਰਿਤ ਦ੍ਰਿਸ਼ਟੀ ਪੈ ਜਾਵੇ, ਹੁਣ ਜਿਹਨੂੰ ਭਾਈ ਛੱਜੂ ਆਪਾਂ ਕਹਿੰਦੇ ਆ ਧੀਵਰ ਸੀ, ਉਹਨੇ ਕੋਈ PhD ਨਹੀਂ ਸੀ ਕੀਤੀ, ਕਰ ਅੰਮ੍ਰਿਤ ਦ੍ਰਿਸ਼ਟੀ ਪਈ ਬਾਲਾ ਪ੍ਰੀਤਮ ਦੀ, ਅਸ਼ਟਮ ਬਲਵੀਰਾ ਦੀ, ਤੇ ਉਹਦੇ ਕਿਵਾੜ ਖੁੱਲ ਗਏ। ਉਸ ਦਾ ਲੋਕ ਤੇ ਪਰਲੋਕ ਸਬਰ ਗਿਆ, ਪਰ ਆਇਆ ਜਦੋਂ ਗੁਰੂ ਦੀ ਸ਼ਰਨ ਦੇ ਵਿੱਚ, ਕਿਆ ਤੂੰ ਬਖਸ਼ੈ ਤੈਂ ਮੇਲ ਲਏ। ਨਾਨਕ ਬਲ ਜਾਓ, ਨਾਨਕ ਤੇਰੇ ਤੋਂ ਸਦਕੇ ਜਾਂਦਾ ਹੈ। ਮੇਰੇ ਮਾਲਕ ਜੀ ਜਿਨ੍ਹਾਂ ਨੂੰ ਤੂੰ ਬਖਸ਼ ਲਵੇਂ, ਉਹਨਾਂ ਨੂੰ ਤੂੰ ਆਪਣੇ ਗਲ ਨਾਲ ਲਾ ਲੈਣਾ ਏ। ਜੇ ਜਿਨ੍ਹਾਂ ਨੂੰ ਆਪਣੇ ਗਲ ਨਾਲ ਲਾ ਲਵੇਂ, ਉਹਨਾਂ ਦੇ ਲੋਕ ਤੇ ਪਰਲੋਕ ਸਬਰ ਜਾਇਆ ਕਰਦੇ ਨੇ। ਅਸੀਂ ਵੀ ਗੁਰੂ ਅੱਗੇ ਅਰਦਾਸ ਕਰੀਏ, ਪਾਤਸ਼ਾਹ ਕਬ ਗੱਲ ਲਾਵਹਿੰਗੇ, ਸਾਨੂੰ ਆਪਣੇ ਗੱਲ ਕਦੋਂ ਲਾਵੋਗੇ। ਜਦੋਂ ਅਸੀਂ ਗੁਰੂ ਨੂੰ ਕਵਾਂਗੇ, ਗੁਰੂ ਜ਼ਰੂਰ ਸਾਨੂੰ ਆਪਣੇ ਗਲ ਨਾਲ ਲਾ ਲੈਣਗੇ। ਜਦੋਂ ਗੁਰੂ ਨੇ ਗਲ ਨਾਲ ਲਾਇਆ, ਲੋਕ ਅਤੇ ਪਰਲੋਕ ਸਬਰ ਜਾਣਗੇ। ਭੁੱਲਾਂ ਨਾ ਚਤਾਰਦਿਆਂ ਜਾਂ ਅਸੀਸ ਦਿਆ ਜੇ, ਗੁਰੂ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਬਖਸ਼ ਲਿਆ ਜੇ। ਗੁਰੂ ਸਾਧ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।